ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਪ੍ਰੋਗਰਾਮ 'ਚ ਕਰਦੇ ਹਾਂ ਮਿੰਟੂ ਜੀ ਨੂੰ ਸ਼ਾਮਿਲ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਾਡੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਸੋ ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਖਬਰਾਂ ਦੇ ਵਿੱਚ ਅੱਜ ਲੈਂਡ ਪੂਲਿੰਗ ਦੇ ਮੁੱਦੇ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਕੈਬਨਿਟ ਮੀਟਿੰਗ ਕੀਤੀ ਜਾਂਦੀ ਹੈ ਤੇ ਉਸ ਕੈਬਨਿਟ ਮੀਟਿੰਗ ਦੇ ਵਿੱਚ ਸਾਰੇ ਫੁੱਲ ਫਲੈਜ ਪੱਧਰ ਤੇ ਜੇ ਦੇਖਿਆ ਜਾਵੇ ਤਾਂ ਸਿਰਫ ਤੇ ਸਿਰਫ ਲੈਂਡ ਪੂਲਿੰਗ ਦਾ ਮੁੱਦਾ ਹੀ ਸੈਂਟਰ ਸਟੇਜ 'ਚ ਰਿਹਾ। ਪੰਜਾਬ ਸਰਕਾਰ ਨੇ ਗਲ ਦਾ ਫਾਹ ਬਣ ਚੁੱਕੀ ਇਸ ਪਾਲਿਸੀ ਨੂੰ ਲੈ ਕੇ ਬਹੁਤ ਸਾਰੀਆਂ ਚੇਂਜਸ ਕੀਤੀਆਂ ਨੇ, ਕਈ ਕੁਝ ਵਧਾ ਕੇ ਦੱਸਿਆ ਹੈ ਤੇ ਅੰਤ ਤਾਂ ਗੱਲ ਇਹੀ ਕਹਿਣੀ ਪਊਗੀ ਕਿ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਅਰਜ਼ ਇਹੀ ਕੀਤੀ ਜਾ ਰਹੀ ਹੈ ਵੀ ਤੁਸੀਂ ਜ਼ਮੀਨ ਦੇ ਕੇ ਤਾਂ ਦੇਖੋ, ਮਾਲਾ ਮਾਲ ਤੁਸੀਂ ਹੀ ਹੋਵੋਗੇ। ਬਾਕੀ ਆਪਾਂ ਜਾਣ ਲੈਂਦੇ ਹਾਂ ਮਿੰਟੂ ਜੀ ਤੋਂ ਕਿ ਉਹ ਕੀ ਆਖਦੇ ਨੇ। ਮਿੰਟੂ ਜੀ, ਜਿਹੜੀ ਗੱਲ ਆਖੀ ਹੈ ਕਿ ਕਿਸਾਨਾਂ ਨੂੰ ਕੁੱਲ ਮਿਲਾ ਕੇ ਕਹਿਣਾ ਤਾਂ ਇਹੀ ਚਾਹੁੰਦੇ ਨੇ ਜੋ ਹੁਣੀ ਦੱਸਿਆ ਮੈਂ, ਬਾਕੀ ਤੁਸੀਂ ਪਾਇਓ ਚਾਨਣਾ ਜੀ। ਦੇਖੋ ਗੱਲ ਇਹ ਆ ਗੁਰਪ੍ਰੀਤ ਜੀ ਕਿ ਬਹੁਤ ਮੌਕਿਆਂ ਤੇ ਆਪਾਂ ਵੇਖਿਆ ਕਿ ਆਮ ਆਦਮੀ ਪਾਰਟੀ ਯੂ ਟਰਨ ਮਾਰ ਜਾਂਦੀ ਹੈ ਤੇ ਲੋਕੀ ਕਹਿੰਦੇ ਆ ਕਿ ਜੇ ਪਿਆਰ ਨਾਲ ਕੋਈ ਸਰਕਾਰ ਦਾ ਛੋਟਾ ਨਾਮ ਨਿਕਨੇਮ ਰੱਖਣਾ ਹੋਵੇ ਤੇ ਯੂ ਟਰਨ ਹੀ ਬਣਦਾ ਹੈ ਜੀ। ਦੂਜੀ ਚੀਜ਼ ਕਿ ਇਹ ਯੂ ਟਰਨ ਤਾਂ ਮਾਰਨੇ ਪੈਂਦੇ ਆ ਕਿ ਇੱਕ ਤੁਹਾਡੇ 'ਚ ਰਾਜਸੀ ਸੂਝ ਜਿਹੜੀ ਹੁੰਦੀ ਹੈ, ਤਜਰਬਾ ਹੁੰਦਾ, ਕਈ ਵਾਰ ਉਹਦੀ ਕਮੀ ਪੇਸ਼ੀ ਦੇ ਚਲਦਿਆਂ ਜਿਹਾ ਹੁੰਦਾ ਹੈ ਤੇ ਕਈ ਵਾਰ ਤੁਸੀਂ ਇੰਨੀ ਜ਼ਿਆਦਾ ਕਾਹਲੀ ਮਚਾਉਂਦੇ ਹੋ ਕਿ ਚੀਜ਼ਾਂ ਫਿਰ ਅੱਧ ਵਾਟੇ ਛੁੱਟ ਜਾਂਦੀਆਂ ਨੇ ਤੇ ਉਹਨਾਂ ਨੂੰ ਦੁਬਾਰਾ ਪਕੜਨ ਦੇ ਚੱਕਰ ਦੇ ਵਿੱਚ ਤੁਹਾਨੂੰ ਨਮੋਸ਼ੀ ਮਿਲਦੀ ਹੈ। ਤੁਸੀਂ ਦੇਖੋ ਇਹਨਾਂ ਨੇ ਜਿਹੜਾ ਵੱਡਾ ਚੇਂਜ ਕੀਤਾ ਅੱਜ ਇਸ ਪਾਲਿਸੀ 'ਚ ਉਹ ਇਹੋ ਆ ਨਾ ਕਿ 30,000 ਦੇਵਾਂਗੇ ਜੀ ਪਹਿਲਾਂ, ਫਿਰ ਕਹਿੰਦੇ ਕਿ ਹੁਣ ਲੈਟਰ ਆਫ ਇੰਟੈਂਟ ਤੋਂ ਬਾਅਦ 50,000 ਤੁਹਾਨੂੰ ਦੇਵਾਂਗੇ। ਮਤਲਬ ਕਿ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਕਿੱਲਾ ਐਕਵਾਇਰ ਹੋਏਗਾ ਲੈਂਡ ਪੂਲਿੰਗ ਦੇ ਤਹਿਤ ਤਾਂ 30,000 ਰੁਪਇਆ ਮੁਆਵਜ਼ਾ ਉਦੋਂ ਤੱਕ ਇੱਕ ਕਿੱਲੇ ਦਾ ਦੇਵਾਂਗੇ ਜਦੋਂ ਤੱਕ ਕਲੋਨੀ ਡਿਵੈਲਪ ਨਹੀਂ ਹੁੰਦੀ ਜੀ। ਠੀਕ ਹੈ ਜੀ, 30,000 ਰੁਪਇਆ। ਫਿਰ ਹੁਣ ਕਹਿੰਦੇ ਕਿ ਲੈਟਰ ਆਫ ਇੰਟੈਂਟ ਮਿਲਦਿਆਂ ਹੀ 50,000 ਹੋ ਜਾਏਗਾ ਤੇ ਮੁੜ ਕੇ ਉਹਦਾ ਲੱਖ ਰੁਪਏ ਤੱਕ ਤੁਹਾਨੂੰ ਅਸੀਂ ਮੁਆਵਜ਼ਾ ਦੇਵਾਂਗੇ ਤੇ 10% ਦੇ ਹਿਸਾਬ ਨਾਲ ਉਹਦੇ ਵਿੱਚ ਇਨਕਰੀਜ਼ ਹੋਏਗਾ। ਹੁਣ 30,000 ਵਾਲੀ ਸਲਾਹ ਕਿਸ ਨੇ ਦਿੱਤੀ ਸੀ? ਪਹਿਲੀ ਤੇ ਗੱਲ ਇਹ ਦੱਸੋ ਕਿ ਮੋਹਾਲੀ ਦੇ ਨਾਲ ਲੱਗਦੀ ਕਿਸੇ ਕਿਸਾਨ ਦੀ ਇੱਕ ਕਿੱਲਾ ਜ਼ਮੀਨ ਤੁਸੀਂ ਬਲਣੀ ਹੋਵੇ ਤੇ ਕੀ ਉਹਨੂੰ ਸਾਲ ਦਾ 30,000 ਰੁਪਇਆ ਦਿਓਗੇ ਜ਼ਮੀਨ ਛੱਡਣ ਦਾ? 30,000 ਤੇ ਪੂਰੇ ਪੰਜਾਬ 'ਚ ਕਿਤੇ ਠੇਕਾ ਮਾਮਲਾ ਹਾਲੀਆ ਨਹੀਂ ਨਿਕਲਣਾ। ਤੁਸੀਂ ਮੈਨੂੰ ਦੱਸ ਦਿਓ ਕਿਤੇ ਹੈ 30,000 ਨੂੰ ਕਿੱਲਾ? ਦੂਜੀ ਗੱਲ ਕਿ ਲੈਂਡ ਐਕੁਜੀਸ਼ਨ ਐਕਟ ਬੋਲਦਾ ਹੈ ਕਿ ਰੀਹੈਬ ਪਾ ਕੇ ਕਿਸਾਨ ਦਾ ਤੁਸੀਂ 4 ਗੁਣਾ ਦੇਣਾ ਤੇ ਇਹਦਾ ਮਤਲਬ ਹੈ ਕਿ ਤੁਸੀਂ ਤੇ ਲੱਖ ਤੋਂ 30 ਦੇ ਰਹੇ ਸੀ, ਇਹਦਾ ਮਤਲਬ ਕਿ ਤੁਸੀਂ ਤੇ ਤੀਜਾ ਹਿੱਸਾ ਹੀ ਦੇ ਰਹੇ ਸੀ ਜੀ। ਤੁਸੀਂ ਥੱਲੇ ਨੂੰ ਆ ਗਏ। ਲੈਂਡ ਐਕੁਜੀਸ਼ਨ ਐਕਟ ਨੂੰ ਤੁਸੀਂ ਬਾਈਪਾਸ ਕਰਕੇ ਜਿਹੜੀ ਆਪਣੀ ਇਹ ਲੈਂਡ ਪੂਲਿੰਗ ਨੀਤੀ ਲਿਆਂਦੀ ਹੈ ਉਹਦੇ ਵਿੱਚ ਮਾਰ ਤੇ ਤੁਸੀਂ ਫਿਰ ਇੱਥੇ ਹੀ ਖਾ ਗਏ ਜੀ। ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਕੱਲ ਵੇਖੋਗੇ ਸ਼ਹਿਰੀ ਵਿਕਾਸ ਮੰਤਰੀ ਜਦੋਂ ਮੁੰਡੀਆ ਸਾਹਿਬ ਬੋਲ ਰਹੇ ਸਨ ਤਾਂ ਉਹਨਾਂ ਨੇ ਸਹਿਮਤੀ ਵਾਲਾ ਅੰਕੜਾ ਤਾਂ ਦੱਸਿਆ ਕਿ ਸਹਿਮਤ ਕਿੰਨੇ ਨੇ, ਅਸਹਿਮਤੀ ਵਾਲਾ ਅੰਕੜਾ ਨਹੀਂ ਦੱਸ ਰਹੇ, ਜਦ ਕਿ ਅਸਹਿਮਤੀ ਸੈਂਕੜਿਆਂ ਦੇ ਵਿੱਚ ਆ ਜੀ। ਹੁਣ ਜਦੋਂ ਬਹੁ ਗਿਣਤੀ ਦੇ ਵਿੱਚ ਅਸਹਿਮਤ ਹੈ ਕੋਈ, ਲੋਕਸ਼ਾਹੀ ਦੇ ਵਿੱਚ ਉਹ ਸਹਿਮਤੀ ਬਹੁਤ ਮਾਇਨੇ ਰੱਖਦੀ ਹੈ। ਤਾਂ ਗੱਲ ਇਹ ਆ ਕਿ ਹੁਣ ਇਹਨਾਂ ਦਾ ਸਾਰਾ ਜ਼ੋਰ, ਵੈਸੇ ਚਲੋ ਆਪਾਂ ਆਫੀਸ਼ੀਅਲੀ ਪੰਜਾਬ ਸਰਕਾਰ ਸ਼ਬਦ ਵਰਤਨੇ ਆ
ਬਟ ਮੇਰੇ ਖਿਆਲ ਦੇ ਨਾਲ ਜ਼ੋਰ ਦਿੱਲੀ ਦਾ ਲੱਗ ਰਿਹਾ ਹੈ, ਕਿਉਂਕਿ ਇਸ ਪਾਲਿਸੀ ਨੂੰ ਬਣਾਉਣ ਪਿੱਛੇ ਬਹੁਤ ਵੱਡਾ ਦਿਮਾਗ ਜਿਹੜਾ ਸੀਗਾ, ਉਹ ਰੋਸ਼ਨ ਦਿਮਾਗ ਜਿਹੜੇ ਦਿੱਲੀ ਤੋਂ ਆਏ ਨੇ ਉਹਨਾਂ ਦਾ ਹੈ। ਇਹ ਕੁਝ ਦਾਨਿਸ਼ਮੰਦ ਸੱਜਣ ਜੂ ਆਏ ਨੇ ਨਾ, MOU ਸਾਈਨ ਕੀਤਾ ਸੀਗਾ, ਇਹਨੂੰ ਬੋਲਦੇ ਆ ਨੌਲੇਜ ਸ਼ੇਅਰਿੰਗ ਐਗਰੀਮੈਂਟ। ਜੀ ਜੀ ਉਹ ਨੌਲੇਜ ਸ਼ੇਅਰ ਹੋ ਰਹੀ ਹੈ ਸਰ, ਹੁਣ ਜ਼ਮੀਨ ਵੀ ਸ਼ੇਅਰ ਹੋਣ ਲੱਗ ਪਈ ਹੈ। ਤਾਂ ਕੁੱਲ ਮਿਲਾ ਕੇ ਹੁਣ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਦੇਖੋ ਗੁਰਪ੍ਰੀਤ ਜੀ, ਮੈਂ ਤੁਹਾਨੂੰ ਇੱਕ ਪੰਜਾਬੀ ਚ ਗੱਲ ਦੱਸਾਂ, ਬੜੀ ਸਰਲ ਆ ਸਮਝ। ਜੀ ਹੇਠਾਂ ਇੱਕ ਮੈਸੇਜ ਗਿਆ ਕਿ ਇਹਨਾਂ ਨੇ ਜ਼ਮੀਨ ਖੋਹ ਲੈਣੀ ਆ ਪੰਜਾਬ ਦੇ ਵਿੱਚ। ਜਿਸ ਸਿਆਸੀ ਤਨਜ਼ੀਮ ਨੂੰ ਇਹ ਸਵਾਲ ਸਾਹਮਣਾ ਉਹਨੂੰ ਕਰਨਾ ਪੈ ਜਾਵੇ ਕਿ ਕੀ ਇਹ ਜ਼ਮੀਨ ਖੋਹ ਲਵੇਗੀ, ਸਮਝ ਲਓ ਉਹਦੀ ਸਿਆਸੀ ਜ਼ਮੀਨ ਖੁਸਣੀ ਸਟਾਰਟ ਹੋ ਗਈ, ਕਿਉਂਕਿ ਗੇਮ ਹੀ ਇੱਥੇ ਤੇ ਜ਼ਮੀਨ ਦੀ ਹੈ ਨਾ ਸਾਰੀ। ਜ਼ਮੀਨ ਵਾਲੇ ਕੌਣ ਆ? ਛੋਟੇ ਕਿਸਾਨ, ਦਰਮਿਆਨੇ ਕਿਸਾਨ, ਵੱਡੇ ਕਿਸਾਨ। ਇਹੀ ਮਤਲਬ ਕਿ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਗੇਮ ਕਮਾਉਂਦੇ, ਆਰਥਿਕ ਤੌਰ ਤੇ ਗੇਮ ਕਮਾਉਂਦੇ। ਠੀਕ ਹੈ ਜੀ। ਇਹਨਾਂ ਦੇ ਵਿੱਚ ਹੀ ਵੱਡੇ ਜ਼ਿਮੀਂਦਾਰ ਆ, ਇਹਨਾਂ ਦੇ ਵਿੱਚ ਹੀ ਵੱਡੇ ਰਾਜਨੀਤਿਕ ਪਾਵਰਫੁਲ ਬੰਦੇ ਆ। ਸੋ ਜਦੋਂ ਇਸ ਜ਼ਮੀਨ ਵਾਲੇ ਮੈਸੇਜ ਨੂੰ ਇਹਨਾਂ ਨੇ ਵੇਖਿਆ ਕਿ ਇਹ ਤੇ ਲੋਕ ਲੈਂਡ ਪੂਲਿੰਗ ਤੇ ਸਮਝ ਹੀ ਨਹੀਂ ਰਹੇ ਕਿ ਕੁਝ ਜ਼ਿਲ੍ਹਿਆਂ ਤੱਕ ਆ, ਕੁਝ 1000 ਏਕੜ ਤੱਕ ਹੋਏਗੀ ਵਗੈਰਾ ਵਗੈਰਾ, ਇਹਦੇ ਵਿੱਚ ਕੀ ਫਾਇਦਾ ਹੋ ਸਕਦਾ, ਕੀ ਨੁਕਸਾਨ ਹੋ ਸਕਦਾ, ਉਸ ਚੀਜ਼ ਨੂੰ ਛਾਨਣਾ ਲਾਉਣ ਦੀ ਤੁਹਾਨੂੰ ਪਤਾ ਹੀ ਆ, ਬੜੀ ਕਿਤੇ ਨਾ ਕਿਤੇ ਕਹਿ ਲਓ ਕਿ ਇੱਕ ਬਰੀਕ ਸੂਝਾ ਵੀ ਚਾਹੀਦੀ ਹੈ ਇਹੋ ਜਿਹੇ ਕੰਮਾਂ ਦੀ। ਲੋਕਾਂ 'ਚ ਇਹ ਮੈਸੇਜ ਚਲਾ ਗਿਆ ਤੇ ਕਿਸੇ ਵੀ ਸ਼ਹਿਰ ਦੇ ਵਿੱਚ ਆ ਸਕਦੇ ਨੇ, ਤੇ ਕਿਤੇ ਵੀ ਆ ਕੇ ਕਹਿ ਸਕਦੇ ਨੇ। ਤੇ ਜਿਹੜਾ ਇਹ ਮੈਸੇਜ ਗਿਆ, ਫਿਰ ਇਹਨਾਂ ਦੇ ਭਾਅ ਦੀ ਬਣ ਗਈ ਕਿ ਇੱਕ ਤੇ ਕਿਸਾਨ ਸਾਡੇ ਨਾਲ ਉਹੀ ਖਫਾ ਨੇ ਕਿ ਸਾਨੂੰ ਸੜਕਾਂ ਤੋਂ ਕੁੱਟ ਕੇ ਇਹਨਾਂ ਨੇ ਠਾਇਆ। ਦੂਸਰਾ, ਫਿਰ ਭਗਵੰਤ ਮਾਨ ਹੋਰਾਂ ਨੇ ਜਿਸ ਤਰ੍ਹਾਂ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਕਿ ਜੇ ਹੁਣ ਇਸ ਮਾਮਲੇ ਤੇ ਵੀ ਪਿੰਡਾਂ ਦੇ ਵਿੱਚ, ਕਿਉਂਕਿ ਦੇਖੋ 62% ਪੰਜਾਬ ਕਿੱਥੇ ਰਹਿੰਦਾ? ਪਿੰਡਾਂ 'ਚ। ਬਹੁ ਗਿਣਤੀ ਵੋਟਰ ਕਿੱਥੇ ਰਹਿੰਦਾ? ਪਿੰਡਾਂ 'ਚ। ਠੀਕ ਹੈ ਜੀ। ਮਨੀ ਪਾਵਰ, ਮਸਲ ਪਾਵਰ, ਇਹ ਸਾਰਾ ਕੁਝ ਕਿੱਥੋਂ ਨਿਕਲਦਾ? ਇਹ ਪਿੰਡਾਂ 'ਚੋਂ ਨਿਕਲਦਾ ਹੈ। ਸੋ ਇਸ ਕਰਕੇ ਇਹਨਾਂ ਨੇ ਜਦ ਵੇਖਿਆ ਹੁਣ ਕਿ ਬਾਈ ਜ਼ਮੀਨ ਸਾਡੀ ਸਿਆਸੀ ਤੌਰ ਤੇ ਖਿਸਕੇਗੀ, ਤਾਂ ਫਿਰ ਹੁਣ ਇਹਨਾਂ ਨੇ ਸਾਰਾ ਟਿੱਲ ਲਾ ਦਿੱਤਾ। ਇਸੇ ਦੇ ਵਿੱਚੋਂ ਹੀ ਇਹ ਕੁਝ ਜਿਹੜੀਆਂ ਸੋਧਾਂ ਨਿਕਲੀਆਂ ਨੇ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਮੌਕਿਆਂ ਤੇ ਅਸੀਂ ਵੇਖਿਆ ਕਿ ਕਾਲੀ ਕਰਦੇ ਆ ਤੇ ਆਂਦੇ ਹੁੰਦੇ ਕਾਲੀ ਕਦੇ ਨਾ ਹੋਏ ਤੇ ਕਾਲੀ ਅੱਗੇ ਟੋਏ। ਜੀ ਜੀ, ਟੋਏ ਤਾਂ ਇਹਨਾਂ ਅੱਗੇ ਖਾਸੇ ਨੇ, ਕਿਉਂਕਿ ਜਿਸ ਤਰੀਕੇ ਦੀ ਲਾਮਬੰਦੀ ਵੱਖ-ਵੱਖ ਥਾਵਾਂ ਤੇ ਚੱਲ ਰਹੀ ਹੈ, ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਚੱਲ ਰਹੀ ਹੈ, ਸਵਾਲ ਇਹਨਾਂ ਅੱਗੇ ਬਹੁਤ ਵੱਡੇ-ਵੱਡੇ ਖੜੇ ਨੇ। ਪਰ ਕੀ ਅਜਿਹੀਆਂ ਸੋਧਾਂ ਇਹਨਾਂ ਦੇ ਫੈਸਲਿਆਂ ਦੀ, ਇਹਨਾਂ ਦੀ ਮਨਸ਼ਾ ਦੀ ਪੂਰਤੀ ਕਰਦੀਆਂ ਨੇ? ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ। ਸੋ ਅਗਲੇ ਸਵਾਲ ਤੇ ਜੇਕਰ ਮੈਂ ਚੱਲਾਂ ਤਾਂ ਅੱਜ ਜਥੇਦਾਰ ਸਾਹਿਬ ਸਰਕਾਰ ਨੂੰ ਨਸੀਹਤ ਦੇ ਰਹੇ ਸੀ, ਗਰਮ ਹੋਏ ਨਜ਼ਰ ਆਏ। ਜਥੇਦਾਰ ਸਾਹਿਬ ਨੇ ਤਾਂ ਬਹੁਤ ਅਗਲੇਰੀਆਂ ਗੱਲਾਂ ਵੀ ਕੀਤੀਆਂ ਕਿ ਸਾਬਤ ਸੂਰਤ ਰੂਪ ਦੇ ਵਿੱਚ ਆਉਣ ਇਹ ਸਾਰੇ, ਪਰ ਹੋਰ ਕੀ ਨਾਲ ਆਖਿਆ ਤੇ ਕੀ ਲੱਗਦਾ ਹੈ ਇਹੋ ਜਿਹੀਆਂ ਚੀਜ਼ਾਂ ਦੇ ਉੱਪਰ ਅਮਲ ਕਰਨ ਦੀ ਕਿਸੇ ਦੇ ਵਿੱਚ ਨੀਤ ਜਾਂ ਹੈਗੀ ਹੈ ਕੈਪੇਬਿਲਿਟੀ ਸਰਕਾਰ ਵਾਲੇ ਪਾਸਿਓਂ? ਨਹੀਂ ਗੁਰਪ੍ਰੀਤ ਜੀ, ਇਹ ਧਾਰਮਿਕ ਪੱਖ ਤੋਂ ਉਹਨਾਂ ਦੀ ਇੱਕ ਕਹਿ ਲਓ ਕਿ ਜਿਹੜੀ ਰਾਏ ਹੈ ਜਥੇਦਾਰ ਸਾਹਿਬ ਦੀ, ਉਹ ਠੀਕ ਆ। ਪਰ ਇਦਾਂ ਹੁਣ ਉਹਦੇ ਵਿੱਚ ਤੇ ਕਹਿ ਲਓ ਜੇ ਆਪਾਂ ਦੇਖੀਏ ਤਾਂ ਅਮਨ ਅਰੋੜਾ ਵਰਗੇ ਵੀ ਆ, ਜੀ ਜੀ, ਗੈਰ ਸਿੱਖ ਹੈ ਜਿਹੜੇ, ਤਾਂ ਤੁਸੀਂ ਕਿਸੇ ਤੇ ਉਹ ਚੀਜ਼ ਨਹੀਂ ਨਾ ਥੋਪ ਸਕਦੇ। ਹਰੇਕ ਨੂੰ ਆਪਣੀ ਧਾਰਮਿਕ ਮਾਨਤਾ ਮੰਨਣ ਦਾ, ਉਹਨਾਂ ਪਰੰਪਰਾਵਾਂ ਨੂੰ, ਹਾਂ ਕੋਈ ਰਜ਼ਾਮੰਦਗੀ ਨਾਲ ਆਪਣੀ, ਹਾਂ ਬਿਲਕੁਲ ਕੋਈ ਬੰਦਾ ਆਉਂਦਾ ਤੇ ਉਹ ਸਵਾਗਤ ਵੀ ਕਰਨਾ ਚਾਹੀਦਾ। ਪਰ ਅਸਲ ਦੇ ਵਿੱਚ ਮਾਮਲਾ ਕੀ ਹੈ, ਇਸ ਮਾਮਲੇ ਨੂੰ ਸਮਝੋ ਜੀ। ਇਹ ਮਾਮਲਾ ਹੈ SGPC ਤੇ ਸਰਕਾਰ ਦੇ ਦਰਮਿਆਨ ਦਾ, ਠੀਕ ਹੈ ਨਾ ਜੀ। SGPC ਤੇ ਸਰਕਾਰ ਦੇ ਦਰਮਿਆਨ ਦਾ ਵੀ ਕਹਿ ਲਓ ਤੇ ਇਹਦੇ ਵਿੱਚ ਸਭ ਤੋਂ ਵੱਡਾ ਹੈਗਾ ਕੁਲਤਾਰ ਸਿੰਘ ਸੰਧਵਾਂ ਦਾ ਰੋਲ। ਕੁਲਤਾਰ ਸਿੰਘ ਸੰਧਵਾਂ ਸਿੱਖ ਮਸਲਿਆਂ ਤੇ ਉਹਨਾਂ ਦਾ ਸਟੈਂਡ ਕਈ ਵਾਰ ਹੋਰ ਹੋ ਜਾਂਦਾ, ਪਰ ਜਦੋਂ ਸਰਕਾਰ ਦਾ ਆ ਜਾਂਦਾ ਉਹਨਾਂ ਨੂੰ ਖਿਆਲ, ਤੇ ਫਿਰ ਉਹਨਾਂ ਦਾ ਸਟੈਂਡ ਕਈ ਵਾਰ ਹੋਰ ਹੋ ਜਾਂਦਾ। ਮਸਲਾ ਇਹ ਆ ਕਿ ਇੱਕ ਸ਼ਤਾਬਦੀ ਮਨਾਈ ਜਾਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਠੀਕ ਹੈ ਨਾ ਜੀ। ਮੇਨ ਗੱਲ ਜਿਹੜੀ ਆ ਉਹਦੀ ਜੜ ਤੱਕ ਜਾਈਏ ਤੇ ਬਿਹਤਰ ਹੋਏਗਾ। ਤੇ ਅੱਜ ਇਹਨਾਂ ਨੇ ਜਥੇਦਾਰ ਸਾਹਿਬ ਹੋਰਾਂ ਨੇ ਜਿਸ ਤਰ੍ਹਾਂ ਕਿਹਾ, ਤਾਂ ਉਹਦੇ ਪਿੱਛੇ ਇੱਕ ਤਰਕ ਹੈ ਨਾ, ਉਸ ਤਰਕ ਨੂੰ ਆਪਾਂ ਸਮਝਦੇ ਜੀ। ਤਰਕ ਨੂੰ ਉਹਨਾਂ ਦਾ, ਉਹਨਾਂ ਨੇ ਇਹ ਨਹੀਂ, ਜਿਵੇਂ ਆਪਾਂ ਕਿਹਾ, ਆਪਾਂ ਇੱਕ ਸਵਾਲ ਚੁੱਕਿਆ ਕਿ ਭਾਈ
ਕਿਸੇ मतलब कि कल कोई मुसलमान भी अपना मिनिस्टर हो सकता है कैबिनेट ਦੇ ਵਿੱਚ ਆਪਾਂ ਉਹਨੂੰ ਥੋੜੀ ਕਹਿ ਸਕਦੇ ਕਿ ਤੂੰ ਗੁਰਸਿੱਖ ਬਣ ਜਾ ਜਾਂ ਹਿੰਦੂ ਨੂੰ ਆਪਾਂ ਕਹਾਂਗੇ ਨਹੀਂ ਜੋ ਗੱਲ ਕਹਿ ਰਹੇ ਆ ਉਸ ਦਾ ਆਪਾਂ ਮਤਲਬ ਕਿ ਉਹਦਾ ਤਰਕ ਸਮਝੀਏ ਬਹੁਤ ਪੜ੍ਹੇ ਲਿਖੇ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਹੈ ਨਾ ਜਿਹੜੇ ਜੀ ਜੀ ਇਹ ਜੀ ਬਹੁਤ ਪੜ੍ਹੇ ਲਿਖੇ ਨੇ ਇਹਨਾਂ ਨੂੰ ਮੈਂ ਜਾਣਦਾ ਤਾਂ ਇਸ ਕਰਕੇ ਲੌਜੀਕਲੀ ਕੀ ਕਹਿ ਰਹੇ ਨੇ ਦਰਅਸਲ ਕੀ ਆ ਕਿ ਇੱਕ ਸ਼ਤਾਬਦੀ ਸਰਕਾਰ ਨੇ ਆਪਣੇ ਪੱਧਰ ਤੇ ਮਨਾਉਣ ਦਾ ਆਪ ਫੈਸਲਾ ਕਰ ਲਿਆ ਕਿ ਅਸੀਂ ਇਸ ਸ਼ਤਾਬਦੀ ਨੂੰ ਮਨਾਵਾਂਗੇ ਜਿਹੜੀ ਕਿ ਆਉਣ ਵਾਲੀ ਹੈ ਠੀਕ ਹੈ ਜੀ ਜੀ ਹੁਣ ਦੂਜੇ ਪਾਸੇ ਮਤਲਬ ਜੇ ਆਪਾਂ ਗੱਲ ਕਰੀਏ ਐਸਜੀਪੀਸੀ ਦੀ ਉਹ ਕਹਿ ਰਹੇ ਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ 350ਵਾਂ ਸ਼ਤਾਬਦੀ ਨਹੀਂ ਸੌਰੀ ਮੈਂ ਗਲਤ ਕਹਿ ਰਿਹਾ 350ਵਾਂ ਸ਼ਹੀਦੀ ਜਿਹੜਾ ਦਿਹਾੜਾ ਹੈਗਾ ਉਹ ਉਹਦੇ ਮੌਕੇ ਤੇ ਸਮਾਰੋਹ ਹਾਂ ਠੀਕ ਹੈ ਚਲੋ ਮੈਂ ਕਰੈਕਸ਼ਨ ਕਰ ਲੈਂਦਾ ਮੈਂ ਸ਼ਤਾਬਦੀ ਕਹਿ ਰਿਹਾ ਸੀ ਸ਼ਾਇਦ ਸ਼ਤਾਬਦੀ ਨਹੀਂ ਹੋਏਗੀ 350ਵਾਂ ਸ਼ਹੀਦੀ ਤਾਂ ਉਹ ਜਿਹੜਾ ਸਮਾਗਮਾਂ ਦਾ ਇੱਕ ਬਹੁਤ ਵੱਡਾ ਤੁਹਾਨੂੰ ਪਤਾ ਸਿਲਸਿਲਾ ਚੱਲਦਾ ਹੈ ਨਾ ਜਦੋਂ ਕੋਈ ਵੀ ਗੁਰੂ ਸਾਹਿਬਾਨ ਦੇ ਨਾਲ ਇਦਾਂ ਦਾ ਜੁੜਿਆ ਹੁੰਦਾ ਤਾਂ ਗੱਲ ਇਹ ਆ ਕਿ ਇਹਨਾਂ ਨੇ ਅੱਡ ਤੋਂ ਰੱਖ ਲਏ ਪ੍ਰੋਗਰਾਮ ਜੀ ਜੀ ਇਹ ਕਹਿੰਦੇ ਆ ਕਿ ਗੁਰੂ ਸਾਹਿਬ ਬਾਈ ਸਭ ਦੇ ਸਾਂਝੇ ਨੇ ਸਾਡੇ ਵੀ ਗੁਰੂ ਸਾਹਿਬ ਨੇ ਅਸੀਂ ਆਪਣੇ ਪੱਤਰ ਤੇ ਸਰਕਾਰ ਕਿਉਂ ਨਹੀਂ ਮਨਾ ਸਕਦੀ ਜੀ ਉਧਰੋਂ ਐਸਜੀਪੀਸੀ ਨੂੰ ਇਹ ਆ ਕਿ ਇੱਥੇ ਕੰਮ ਬੜਾ ਦੁਵਿਧਾ ਵਾਲਾ ਹੋ ਗਿਆ ਕਿ ਇੱਕ ਪਾਸੇ ਐਸਜੀਪੀਸੀ ਦੇ ਸਮਾਗਮ ਹੋਣਗੇ ਇੱਕ ਪਾਸੇ ਸਰਕਾਰ ਦੇ ਸਮਾਗਮ ਹੋਣਗੇ ਜੀ ਤਾਂ ਇਸ ਕਰਕੇ ਇਹ ਗੱਲ ਨਿਕਲੀ ਆ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਿਹੜੇ ਜਥੇਦਾਰ ਨੇ ਕਾਰਜਕਾਰੀ ਸ੍ਰੀ ਅਕਾਲ ਤਖਤ ਸਾਹਿਬ ਤਾਂ ਉਹ ਇਹ ਗੱਲ ਕਹਿ ਰਹੇ ਨੇ ਕਿ ਭਾਈ ਤੁਸੀਂ ਫਿਰ ਸਾਰੇ ਗੁਰਸਿੱਖ ਬਣ ਜਾਓ ਜੀ ਮਰਿਆਦਾ ਚਾਹੋ ਜੇ ਤੁਸੀਂ ਇਹ ਸਾਰਾ ਕੰਮ ਕਰਨੀ ਤਾਂ ਮਤਲਬ ਕਿ ਲੌਜੀਕਲੀ ਉਹ ਇਹ ਗੱਲ ਕਹਿ ਰਹੇ ਜੀ ਤੁਹਾਡੀ ਫਿਰ ਕੈਬਨਿਟ ਜਿਹੜੀ ਆ ਜਾਂ ਮੁੱਖ ਮੰਤਰੀ ਜਿਹੜੇ ਆ ਉਹ ਸਾਬਤ ਸੂਰਤ ਬਣ ਫਿਰ ਜੇ ਤੁਸੀਂ ਧਾਰਮਿਕ ਸਮਾਗਮ ਇਸ ਤਰ੍ਹਾਂ ਕਰਨੇ ਨੇ ਤਾਂ ਇਸ ਕਰਕੇ ਉਹਨਾਂ ਨੇ ਇਹ ਗੱਲ ਜਿਹੜੀ ਮੈਨੂੰ ਲੱਗਦਾ ਕਹੀ ਆ ਮਤਲਬ ਇਹਦੇ ਵਿੱਚ ਜਿਹੜੀ ਅਸਲ ਚ ਕਹਾਣੀ ਆ ਉਹ ਕਹਾਣੀ ਦੋ ਸਮਾਗਮਾਂ ਨੂੰ ਲੈ ਕੇ ਆ ਜੀ ਸੋ ਜੇਕਰ ਆਪਾਂ ਅਗਲੇ ਸਵਾਲ ਤੇ ਚੱਲੀਏ ਤਾਂ ਮਜੀਠੀਆ ਸਾਹਿਬ ਬੈਰਕ ਬਦਲਣ ਦੀ ਮੰਗ ਕਰ ਰਹੇ ਸੀ ਕਹਿੰਦੇ ਉਹ ਤਾਂ ਨਹੀਂ ਪੂਰੀ ਪਈ ਉਹਨਾਂ ਦੀ ਦੇਖੋ ਹਾਲੇ ਤਾਂ ਗੁਰਪ੍ਰੀਤ ਜੀ ਜਿਵੇਂ ਕਹਿ ਲਈਏ ਨਾ ਕਿ ਕੰਮ ਮੰਦਾ ਹੀ ਚੱਲਦਾ ਜਦੋਂ ਫਿਰ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਅੰਦਰ ਬੈਠੇ ਤੇ ਬੰਦੇ ਦੀਆਂ ਤਾਂ ਲਗਾਤਾਰ ਆਉਂਦੀਆਂ ਨੇ ਬਾਅਦ ਦੇ ਵਿੱਚ ਜਦੋਂ ਠੀਕ ਆਉਣੀਆਂ ਸ਼ੁਰੂ ਹੋ ਜਾਂਦੇ ਠੀਕ ਆਉਂਦੀਆਂ ਹੁਣ ਜਿਹੜੇ ਜੇਲ੍ਹਾਂ ਦੇ ਏਡੀਜੀਪੀ ਹੁੰਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੋਏਗਾ ਜੇਲ੍ਹ ਮਹਿਕਮਾ ਅੱਡ ਤੋਂ ਇੱਕ ਡੀਜੀਪੀ ਜਾਂ ਏਡੀਜੀਪੀ ਰੱਖਦਾ ਹੈ ਜੀ ਜੀ ਤਾਂ ਇਹ ਏਡੀਜੀਪੀ ਜਿਹੜਾ ਹੈ ਜੇਲ੍ਹਾਂ ਦਾ ਉਹ ਹੁਣ ਜਵਾਬ ਫਾਈਲ ਕਰੇਗਾ ਤੇ 25 ਨੂੰ ਫੇਰ ਸੁਣਵਾਈ ਹੋਏਗੀ ਇਹਦਾ ਮਤਲਬ ਕਿ 25 ਤੱਕ ਸੁਣਵਾਈ ਟਲ ਗਈ ਜਦੋਂ 25 ਤੱਕ ਸੁਣਵਾਈ ਟਲ ਗਈ ਇਹਦਾ ਮਤਲਬ ਕਿ ਫੌਰੀ ਰਾਹਤ ਕੋਈ ਨਹੀਂ ਮਿਲੀ ਜੀ ਹੁਣ ਜਦੋਂ ਤੱਕ ਫੌਰੀ ਰਾਹਤ ਨਹੀਂ ਮਿਲਦੀ ਤਦ ਤੱਕ ਤੁਸੀਂ ਜਿੱਥੇ ਬੈਠੇ ਹੋ ਬੈਠੇ ਰਹੋ ਅੜੇ ਰਹੋ ਤੜੇ ਰਹੋ ਜੀ ਜੀ ਹੁਣ ਗੱਲ ਇਹ ਆ ਕਿ ਵਿਕਰਮ ਮਜੀਠੀਏ ਨੂੰ ਇਹ ਖਿੱਚ ਧੂ ਕੇ ਹੁਣ ਦੇਖੋ ਮਹੀਨਾ ਹੋਣ ਵਾਲਾ ਹੈ ਨਾ ਸ਼ਾਇਦ 25 ਦੀ ਗੱਲ ਆ ਜੀ ਜੀ 25 ਦੀ ਗੱਲ ਆ ਤੇ ਅੱਜ ਜੇ ਆਪਾਂ ਵੇਖੀਏ 22 ਹੋ ਗਈ ਲਗਭਗ ਮਹੀਨਾ ਹਿਰਾਸਤ ਦੇ ਵਿੱਚ ਤਾਂ ਇਦਾਂ ਹੁੰਦਾ ਹੈ ਕਿ ਜਦੋਂ FIR ਕੱਟੀ ਗਈ ਗ੍ਰਿਫਤਾਰੀ ਪੈ ਗਈ ਕੁਝ ਮਤਲਬ ਕਿ ਲਾ ਲਓ 2-3 ਮਹੀਨਿਆਂ ਦੇ ਅੰਦਰ ਅੰਦਰ ਪ੍ਰੋਸੀਜਰ ਹੁੰਦਾ ਹੈ ਕਿ ਤੁਸੀਂ ਚਾਰਜ ਸ਼ੀਟ ਫਾਈਲ ਕਰਨੀ ਹੈ ਵਿਜੀਲੈਂਸ ਉਹ ਚਾਰਜ ਸ਼ੀਟ ਫਾਈਲ ਹੋਣ ਤੋਂ ਬਾਅਦ ਹੀ ਵਿਕਰਮ ਮਜੀਠੀਆ ਦੇ ਦਿਨ ਬਦਲ ਗਏ ਇਹ ਗੱਲ ਸਾਫ਼ ਹੈ ਉਸ ਤੋਂ ਬਾਅਦ ਹੀ ਅਲਾਈਅੰਸ ਸ਼ੇਪ ਦੇ ਵਿੱਚ ਆ ਸਕਦਾ ਜਿਹਦੀ ਬਹੁਤ ਚਰਚਾ ਅੱਜ ਵੀ ਚੱਲਦੀ ਹੈ ਇਹੀ ਗੱਲ ਜਿਵੇਂ ਤੁਸੀਂ ਖਬਰਾਂ ਦੇ ਵਿੱਚ ਸੁਣਿਆ ਹੋਣਾ ਠਾਰ ਵਾਲੀ ਬੀਬੀ ਉਹ ਤੇ ਗਾਣਾ ਕਹਿੰਦੇ ਲੋਈ ਚੌਕੀਦਾਰ ਗਿਆ ਦੱਸ ਕੇ ਹੈ ਚੰਡੀਗੜ੍ਹ ਨਾ ਜ਼ਮਾਨਤ ਹੋਈ ਮਤਲਬ ਕਿ ਉਹ ਵੀ ਜ਼ਮਾਨਤ ਨਹੀਂ ਹੋਈ ਹੁਣ ਉੱਥੇ ਵੀ ਇਹੋ ਆ ਜਦੋਂ ਚਾਰਜ ਸ਼ੀਟ ਫਾਈਲ ਹੋ ਜਾਂਦੀ ਆ ਚਾਰਜ ਸ਼ੀਟ ਫਾਈਲ ਹੋ ਗਈ ਨਾ ਗੁਰਪ੍ਰੀਤ ਜੀ ਫਿਰ ਇਹ ਹੁੰਦਾ ਕਿ ਕੇਸ ਜਿਹੜਾ ਬਿਲਕੁਲ ਖੁੱਲ ਜਾਂਦਾ ਡਿਫੈਂਸ ਦਾ ਵਕੀਲ ਇਹ ਗੱਲ ਕਹਿੰਦਾ ਕਿ ਹੁਣ ਪੁੱਛਗਿੱਛ ਦੀ ਗੁੰਜਾਇਸ਼ ਬਚੀ ਨਹੀਂ ਪੁਲਿਸ ਨੇ ਸਾਰੀ ਤਹਿਕੀਕਾਤ ਕਰ ਲਈ ਆ ਤਾਂ ਕੇਸ ਲੰਬਾ ਚੱਲੇਗਾ ਕੇਸ ਛੇਤੀ ਮੁੱਕਣ ਦੀ ਸੰਭਾਵਨਾ ਨਹੀਂ ਹੈ ਸੋ ਲਿਹਾਜ਼ਾ ਮੇਰੇ ਕਲਾਇੰਟ ਨੂੰ ਜ਼ਮਾਨਤ ਦਿੱਤੀ ਜਾਵੇ ਤਾਂ ਫਿਰ ਸਮਰੱਥ ਸੰਬੰਧਤ ਕੋਰਟ ਜਿਹੜੀ ਹੁੰਦੀ ਆ ਉਹ ਜ਼ਮਾਨਤ ਮਨਜ਼ੂਰ ਕਰ ਲੈਂਦੀ ਹੈ ਤਾਂ ਕੁੱਲ ਮਿਲਾ ਕੇ
ਕਹਾਣੀ ਇੱਥੇ ਜੇ ਖੜਦੀ ਆ। ਬਾਕੀ ਵਿੱਚ ਵਿਚਾਲੇ ਤੁਹਾਨੂੰ ਪਤਾ ਹੀ ਆ, ਇਹ ਤੇ ਵਾ ਚੀ ਚੀ, ਤੁਹਾਨੂੰ ਪਤਾ ਹੀ ਆ, ਜਿਵੇਂ ਮਜੀਠੀਆ ਸਾਹਿਬ ਦੇ ਡਾਇਲੋਗ ਆ, ਇਹ ਕਦੇ ਉਧਰੋਂ ਵੱਜਣੇ ਆ। ਉਹ ਕਹਿੰਦੇ ਜੀ ਉਹ ਸਰਾਣਾ ਮੰਗਦਾ, ਉਹ ਕਹਿੰਦਾ ਮੈਂ ਤੇ ਸਰਾਣੇ ਥੱਲੇ ਹੱਥ ਦੇ ਕੇ ਸੌਣਾ। ਸੋ ਗੱਲ ਇਹ ਆ ਕਿ ਇਹ ਵਿੱਚ ਵਿਚਾਲੇ ਖਿੱਚ ਤੂੰ ਬਸ ਏਦਾਂ ਬਿਆਨਾਂ ਦੀ ਚੱਲੀ ਜਾਣੀ ਹੈ ਜੀ। ਸੋ ਬੀਤੇ ਸਮੇਂ ਜਦੋਂ ਅਮਰੀਕਾ ਤੋਂ ਭਰ ਜਹਾਜ਼ ਇੰਡੀਆ ਵੱਲ ਨੂੰ ਆਏ, ਕਹਿੰਦੇ ਹੱਥਾਂ ਨੂੰ ਵੀ ਕੜੀਆਂ ਲੱਗੀਆਂ ਨੇ ਤੇ ਪੈਰ ਵੀ ਬੰਨੇ ਹੋਏ ਨੇ, ਤਾਂ ਖਾਸਾ ਕੁਝ ਦਿਨ ਰੌਲਾ ਪਿਆ। ਸਰਕਾਰ ਨੇ ਵੀ ਇਸ ਨੂੰ ਖੂਬ ਪ੍ਰਚਾਰਿਆ। ਕਦੀ ਮੁੱਖ ਮੰਤਰੀ ਸਾਹਿਬ ਆਪ ਚਲੇ ਗਏ ਪ੍ਰੈਸ ਕਾਨਫਰੰਸ ਕਰਨ ਲਈ, ਖਾਸ ਤੌਰ ਤੇ ਅੰਮ੍ਰਿਤਸਰ, ਤੇ ਧਾਲੀਵਾਲ ਸਾਹਿਬ ਨੇ ਤਾਂ ਫੋਟੋ ਹੀ ਪਾਤੀ ਸੀ, ਕਹਿੰਦੇ ਆਏ ਹੋਏ, ਵਾਪਸ ਆਏ ਹੋਏ ਉਹਨਾਂ ਨੌਜਵਾਨਾਂ ਦੇ ਨਾਲ। ਇਸ ਸਭ ਦੇ ਵਿਚਾਲੇ ਹੁਣ ਜਦੋਂ ਡੌਂਕੀ ਪੀੜਤ ਜਿਹੜੇ ਲੋਕ ਨੇ, ਜਿਹੜੇ ਡੌਂਕੀਆਂ ਲਾ ਕੇ ਵੱਖ-ਵੱਖ ਦੇਸ਼ਾਂ 'ਚ ਜਾਣ ਦੀ ਕੋਸ਼ਿਸ਼ ਕਰਦੇ ਨੇ, ਉਹ ਜਦੋਂ ਫਿਰ ਨਹੀਂ ਪਹੁੰਚਦੇ, ਸਫਲ ਨਹੀਂ ਹੁੰਦੇ, ਤੇ ਫਿਰ ਵਾਪਸ ਕੁੱਲ ਮਿਲਾ ਕੇ ਗੱਲ ਇਹ ਰਹਿ ਜਾਂਦੀ ਆ ਵੀ ਭਾਈ ਚਲੋ ਜੋ ਹੋਇਆ ਸੋ ਹੋਇਆ, ਜਿੰਨੇ ਪੈਸੇ ਮੁੜਦੇ ਨੇ ਉਹ ਤਾਂ ਵਾਪਸ ਆਉਣ। ਪਰ ਜਦੋਂ ਪੈਸੇ ਵੀ ਨਹੀਂ ਆਉਂਦੇ ਤਾਂ ਫਿਰ ਉਹਨਾਂ ਦੇ ਪਿੱਛੇ ਸ਼ਹਿ ਕਿਹਦੀ ਹੁੰਦੀ ਹੈ? ਜੇਕਰ ਆਪਾਂ ਇਸ ਦੀ ਪਿੱਠ ਭੂਮੀ 'ਚ ਜਾਣਾ ਹੋਵੇ ਵੀ ਇਹ ਜਿਹੜੇ ਡੌਂਕਰ ਨੇ, ਡੌਂਕੀਆਂ ਲਵਾਉਂਦੇ ਨੇ, ਜਾਂ ਜਿਹੜੇ ਇਹੋ ਜਿਹੇ ਜਾਲੀ ਏਜੰਟ ਬੈਠੇ ਹੋਏ ਨੇ, ਇਹਨਾਂ ਨੂੰ ਕਿਸੇ ਦਾ ਡਰ ਭੈ ਕਿਉਂ ਨਹੀਂ ਹੁੰਦਾ? ਕਿਉਂਕਿ ਜਦੋਂ ਡੌਂਕੀ ਪੀੜਤਾਂ ਦੀ ਗੱਲ ਕਰਦੇ ਆ, ਉਹ ਤਾਂ ਕਹਿ ਰਹੇ ਨੇ ਵੀ ਭਾਈ ਇਹਨਾਂ ਨੂੰ ਸਿਆਸੀ ਸ਼ਹਿ ਹੁੰਦੀ ਹੈ ਪੂਰੀ। ਕੀ ਸੱਚਿਓ ਹੀ ਐ ਹੁੰਦਾ ਜੀ? ਦੇਖੋ, ਇੱਕ ਕੇਸ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਚਰਚਿਤ ਆ। ਤੁਸੀਂ ਇੱਕ ਵੀਡੀਓ ਦੇਖੀ ਹੋਣੀ, ਇਹਦੇ ਵਿੱਚ ਲੱਖਾਂ ਰੁਪਈਆ ਗਿਣਿਆ ਜਾ ਰਿਹਾ ਹੈ। ਜੀ ਜੀ ਜੀ। ਕੁੱਲ ਮਿਲਾ ਕੇ ਉਹ ਕਰੋੜ ਕੇ 1.5 ਕਰੋੜ ਦਾ ਮਾਮਲਾ ਸੀਗਾ। ਸਾਰੇ ਟੱਬਰ ਨੇ ਅਮਰੀਕਾ ਪਹੁੰਚਣਾ ਸੀ, ਉਹ ਪਹੁੰਚਿਆ ਵੀ ਟੱਬਰ। ਫਿਰ ਇੱਥੇ ਤੁਹਾਨੂੰ ਪਤਾ ਹੀ ਹੈ ਜੋ ਟਰੰਪ ਪ੍ਰਸ਼ਾਸਨ ਨੇ ਨੀਤੀ ਲਿਆਂਦੀ ਹੋਈ ਆ, ਉਹਦੇ ਵਿੱਚ ਜੋ ਆਪਸ਼ਨ ਸੀ ਦੋ, ਕਿ ਤੁਸੀਂ ਬਈ ਲੀਵ ਕਰਨਾ, ਕੀ ਕਰਨਾ ਹਿਸਾਬ ਕਿਤਾਬ, ਉਹਨਾਂ ਨੇ ਕੰਟਰੀ ਲੀਵ ਕੀਤਾ, ਵਾਪਸ ਇੰਡੀਆ ਆ ਗਏ। ਜੀ ਜੀ। ਇੰਡੀਆ ਕੇ ਇਸ ਅਸੂੜੀ ਨੇ ਫਿਰ ਜਨਮ ਲਿਆ। ਹੁਣ ਜਿਹੜਾ ਉਹ ਤੁਸੀਂ ਸ਼ਬਦ ਇਸਤੇਮਾਲ ਕੀਤਾ ਕਿ ਡੌਂਕਰ, ਉਹ ਹੈਗਾ ਜਿਹੜਾ ਏਰੀਆ ਇੱਧਰ ਆ ਨਾ, ਕਪੂਰਥਲੇ ਵਾਲਾ ਕਹਿ ਲਓ, ਕਪੂਰਥਲਾ ਜ਼ਿਲ੍ਹਾ ਉਧਰ ਦਾ। ਜੀ। ਉਸ ਏਜੰਟ ਨੇ ਕਹਿੰਦੇ ਆ ਕਿ ਥੋੜੇ ਸਮੇਂ ਦੇ ਵਿੱਚ ਢਾਡੀ ਕਮਾਈ ਕੀਤੀ ਆ, ਤੇ ਭਰਾ ਉਹਦਾ ਥਾਣੇਦਾਰ ਆ। ਅੱਛਾ, ਜਦੋਂ ਆ ਕੇ ਹੁਣ ਇੱਥੇ ਰੌਲਾ ਪਿਆ, ਰੌਲਾ ਪੈਣ ਉਪਰੰਤ ਚਲੋ ਕੁਝ ਲੋਕਾਂ ਨੇ ਮੁੱਦਾ ਚੁੱਕਿਆ ਤੇ ਉਹਨੂੰ ਬੁਲਾਇਆ ਵੀ ਗਿਆ ਕਿ ਸੈਟਲਮੈਂਟ ਕਰ ਲਾ। ਫਿਰ ਉਹਨੂੰ ਧਮਕਾਇਆ ਗਿਆ ਕਿ ਤੂੰ ਆਪਦਾ ਕੇਸ ਵਾਪਸ ਕਰ ਲਾ। ਉਹ ਤੇ ਇੱਥੋਂ ਤੱਕ ਦਾਅਵਾ ਕਰੀ ਜਾਂਦਾ ਹੈ। ਉਹ ਕਹਿੰਦਾ ਕਿ ਡਾਇਰੈਕਟਲੀ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਜਿਹੜਾ ਰਾਈਟ ਹੈਂਡ ਆ ਵੈਭਵ ਜੀ, ਉਹ ਇਨਵੋਲਵ ਹੈ ਕਥਿਤ ਤੌਰ ਤੇ। ਸਮਝ ਨਹੀਂ ਆ ਰਹੀ, ਮਤਲਬ ਕਿ ਅੱਜ ਉਹਨੇ ਖੁਦ ਸਾਨੂੰ ਫੋਨ ਕੀਤਾ ਕਿ ਭਾਈ ਇਸ ਤਰ੍ਹਾਂ ਦਾ ਮੇਰੇ ਤੇ ਦਬਾਅ ਪੈ ਰਿਹਾ, ਕਿ ਇੱਕ ਪਾਸੇ ਕਿਹਾ ਗਿਆ ਸੀਗਾ ਕਿ ਤੈਨੂੰ ਪੈਸੇ ਵਾਪਸ ਕਰ ਦੇਵਾਂਗੇ, ਬਟ ਹੁਣ ਮਤਲਬ ਕਿ ਇਹ ਕਿਹਾ ਜਾ ਰਿਹਾ ਕਿ ਤੂੰ ਕੇਸ ਵਾਪਸ ਲੈ ਜਾ, ਜਦ ਕਿ FIR ਕੱਟੀ ਹੋਈ ਆ। ਤੇ ਇੱਥੋਂ ਤੱਕ ਏਜੰਟ ਦੇ ਹੌਸਲੇ ਵੇਖੋ, ਮਤਲਬ ਉਤਰ ਘੋੜਿਆ ਤੇਰੇ ਚ ਹੌਸਲੇ ਬੜੇ ਆ, ਇੱਥੇ ਏਜੰਟ ਚ ਬੜੇ ਹੌਸਲੇ ਆ। ਉਹ ਕਹਿੰਦਾ ਕਿ ਰੈਗੂਲਰ ਕਾਲ ਲਾ ਕੇ, WhatsApp ਵਗੈਰਾ ਨਹੀਂ, ਉਹ ਕਹਿੰਦਾ ਕਿ ਤੂੰ ਮੇਰਾ ਭਰਾ ਗ੍ਰਿਫਤਾਰ ਕਰਾਇਆ, ਤੇ ਜਦੋਂ ਭਰਾਵਾਂ ਤੇ ਪੈ ਜਾਂਦੀ ਹੈ ਫਿਰ ਸਾਰਾ ਕੁਝ ਹੀ ਹੋ ਜਾਂਦਾ, ਲਓ ਕਰ ਲਓ ਗੱਲ। ਅਗਲਾ ਸਿੱਧਾ ਕਹਿੰਦਾ ਜੀ ਯਾਰ ਏਡਾ ਹੀ ਤੈਨੂੰ ਭਰਾ ਦਾ ਹੇਜ ਆ, ਤੇਰਾ ਭਰਾ ਥਾਣੇਦਾਰ ਸੀਗਾ, ਨੋਟ ਗਿਣ ਗਿਣ ਕੇ ਉਦੋਂ ਫੜਦਾ ਸੀਗਾ, ਦਬਕੇ ਮਾਰਦਾ ਸੀਗਾ, ਮੋੜਦੇ ਪੈਸੇ ਅਗਲੇ ਦੇ। ਜੀ ਤਾਂ ਗੱਲ ਇਹ ਆ ਕਿ ਮੈਂ ਤੇ ਉਹਨੂੰ ਵੀ ਕਿਹਾ ਸੀ ਭਾਈ ਸਾਹਿਬ ਨੂੰ, ਮੈਂ ਤੁਹਾਨੂੰ ਪਤਾ ਗੱਲ ਸੁਣਾ ਦੇਣਾ ਹੁੰਦਾ ਸਿੱਧੀ, ਮੈਂ ਕਿਹਾ ਵੀਰ ਤੇਰੇ ਵੀ ਖੁੱਤੀ ਚੱਕ ਚ ਹੋਇਆ ਸੀ, ਲੈ ਕੇ ਛੋਟੇ ਛੋਟੇ ਜਵਾਕ 90 ਲੱਖ ਰੁਪਏ। ਮੈਂ ਕਿਹਾ ਬਾਬੇ 90 ਲੱਖ ਰੁਪਈਏ ਨਾਲ ਤੇ ਯਾਰ ਕਮਾਲ ਕਰਦੇ ਹੋ। ਮੈਂ ਕਿਹਾ ਮੈਂ ਤੇ ਹਾਸੇ ਚ ਕਹਿੰਦਾ ਹੁੰਦਾ ਕਿ ਯਾਰ ਕਿਤੇ ਇੰਨਾ ਰੁਪਈਆ ਸਾਨੂੰ ਜੰਮਦਿਆਂ ਨੂੰ ਮਿਲਿਆ ਹੁੰਦਾ, ਇੰਨੇ ਕੁ ਅਸੀਂ ਸਾਡੇ ਪੁੱਜਦੇ ਹੁੰਦੇ। ਤੇ ਆ ਵੱਡੇ ਵੱਡੇ ਲੀਡਰਾਂ ਨੇ ਵੀਕਐਂਡ ਤੇ ਪੁੱਛਿਆ ਕਰਨਾ ਸੀ, ਭਾਊ ਜੀ ਕਿੱਥੇ ਜੇ ਸ਼ਨੀ ਐਤਵਾਰ? ਜੀ ਜੀ। ਗੱਲ ਇਹ ਹੈ ਕਿ ਯਾਰ ਕੀ ਗੱਲਾਂ ਕਰਦੇ ਜੇ ਤੁਸੀਂ, ਇੰਨਾ ਰੁਪਈਆ ਦੇ ਕੇ ਤੇ ਜਵਾਕ ਚੁੱਕ ਕੇ ਤੁਸੀਂ ਇੱਕ ਵੱਖਰੀ ਦੁਨੀਆ ਨੂੰ ਤੁਰ ਪੈਂਦੇ ਜੇ। ਤੇ ਉਸਨੇ ਮੰਨਿਆ ਕਿ ਮੈਂ ਬੜੀ ਸੁੱਖ ਦੀ ਰੋਟੀ ਖਾਂਦਾ ਸੀ, ਮੇਰੇ ਕੋਲ ਸਭ ਕੁਝ ਸੀ, ਸਮਝੋ ਕਿ ਗਲਤੀ ਹੋ ਗਈ। तो कहने का मतलब ये है कि यार चलो गलती हो गई, कुछ कसारा ਉਹਨੂੰ ਲੱਗ ਜਾਵੇ, ਕੁਝ ਉਹਨੂੰ ਲੱਗ ਜਾਵੇ, ਕੁਝ ਭਰਪਾਈ ਉਹਦੀ ਹੋ ਜਾਵੇ, ਠੀਕ ਹੈ ਨਾ। ਸੋ ਗੁਰਪ੍ਰੀਤ ਜੀ ਹੋ ਜਾਵੇ ਤੇ ਬਿਹਤਰ ਹੈ। ਪਰ ਜਦੋਂ ਤੁਸੀਂ ਇੱਕ ਤਰਫਾ ਹੀ ਕਹਿੰਦੇ ਹੋ, ਇੱਕ ਤੇ ਬੰਦੇ ਦਾ ਇੰਨਾ ਰੁਪਈਆ ਤੁਸੀਂ, ਚਲੋ ਉਹ ਤੇ ਜਿਹੜਾ ਮੁੱਕਿਆ ਸੀ ਅਲ ਸਲਵਾਡੋਰ ਚ ਕਹਿੰਦਾ ਪਹੁੰਚ ਕੇ ਇਹਨਾਂ ਨੇ 50 ਲੱਖ ਰੁਪਏ ਐਕਸਟਰਾ ਲਿਆ ਮੇਰੇ ਤੋਂ। ਹਾਲਾਂਕਿ ਪਹਿਲਾਂ ਗੱਲ ਹੋਈ ਸੀ ਕਿ ਅਮਰੀਕਾ ਪੁੱਜਣ ਤੇ ਪੈਸਾ ਲਿਆ ਜਾਏਗਾ। ਜੀ ਫਿਰ ਨਾ ਸਿਰਫ ਉੱਥੇ ਪੈਸਾ ਲਿਆ ਗਿਆ ਫਸਾ ਕੇ ਸਲਵਾਡੋਰ ਦੇ ਵਿੱਚ, ਬਲਕਿ ਉਹ ਕਹਿੰਦਾ ਆ
ਕਿ ਪੈਸੇ ਵੱਧ ਲੈ ਗਏ ਨੇ, ਉਹਦਾ ਦਾਵਾ ਮੈਨੂੰ ਨਹੀਂ ਪਤਾ ਕਿਹੜੀਆਂ ਇਹਨਾਂ ਦੇ ਕੋਲ ਰਸੀਦਾਂ ਨੇ ਸਾਰੀਆਂ ਚੀਜ਼ਾਂ ਜੀ ਦੀਆਂ। ਤਾਂ ਕਹਿਣ ਦਾ ਭਾਵ ਇਹੋ ਆ ਕਿ ਗੁਰਪ੍ਰੀਤ ਜੀ, ਰਾਜਨੀਤੀ 'ਚ ਮੈਂ ਅਕਾਲੀਆਂ ਦਾ ਇਹ ਨੁਕਸਾਨ ਆਪਣੇ ਅੱਖੀ ਵੇਖਿਆ। ਉਹਨਾਂ ਦਾ ਵੀ ਜੀ ਕੰਮ ਇਹ ਸੀ, ਉਹਨਾਂ ਨੇ ਇਹ ਨਹੀਂ ਵੇਖਣਾ ਵੀ ਕਿ ਉਹਨਾਂ ਦੇ ਕੁਝ ਲੀਡਰਾਂ ਨੇ, ਸਾਰੇ ਨਹੀਂ ਮੈਂ ਕਹਿੰਦਾ, ਕੁਝ ਲੀਡਰ ਇਹੋ ਜਿਹੇ ਸਨ ਜਿਹੜੇ ਘੱਟ ਪੜ੍ਹੇ ਲਿਖੇ ਸਨ, ਜਿਹੜੇ ਬੜੇ ਕਹਿ ਲਓ ਕਿ ਜੱਟ ਜਿਹੜੇ ਅੜਬ ਸੁਭਾਅ ਦੇ ਕਹਿ ਲਓ, ਕਿ ਜਿਹੜਾ ਕੋਈ ਖਾਸ ਆ ਭਾਵੇਂ ਉਹਦਾ ਰੌਲਾ ਝਗੜਾ ਉਹਦੇ ਭਰਾ ਨਾਲ ਹੀ ਆ, ਉਹਨਾਂ ਨੇ ਇਹ ਨਹੀਂ ਵੇਖਣਾ ਵੀ ਥੋੜਾ ਬਹੁਤਾ ਪੱਲੜੇ 'ਚ ਫਰਕ ਪਾ ਲਈਏ ਕਿ ਉਧਰ ਜੀ ਨਿੰਦਾ ਕਰ ਦਈਏ ਥੋੜਾ ਜਿਹਾ। ਉਹਨਾਂ ਨੇ ਦੂਜੇ ਪਾਸੇ ਤੁੱਲ ਕੇ ਦੂਜੇ ਨੂੰ ਚੌਕੀ ਦੇਣਾ। ਤਾਂ ਹੁਣ ਉਹ ਬੋਲੇ ਨਾ ਬੋਲੇ ਜਿਹਦੇ ਨਾਲ ਧੱਕਾ ਹੋ ਗਿਆ, ਪਰ ਜਿਹੜਾ ਸਾਰਾ ਪਿੰਡ ਦੇਖਦਾ ਵੀ ਇਸ ਗਰੀਬ ਨਾਲ ਧੱਕਾ ਹੋਇਆ, ਉਹ ਥੋੜੀ ਤੁਹਾਡਾ ਫਿਰ ਸਤਿਕਾਰ ਕਰੇਗਾ। ਉਹ ਤੇ ਕਹੇਗਾ ਕਿ ਇੱਕ ਨਾ ਇੱਕ ਦਿਨ ਇਹਨਾਂ ਨੂੰ ਮਾਰੀਏ ਕੰਡ ਪਰਨੇ ਤੇ ਲੈ ਜਾਣਗੇ ਲੱਖੋਂ। ਸੋ ਇਹ ਚੀਜ਼ਾਂ ਦਾ ਬੁਰਾ ਪ੍ਰਭਾਵ ਪੈਂਦਾ ਮੇਰੇ ਖਿਆਲ ਦੇ ਨਾਲ। ਜੇ ਇਹ ਡਿਪੋਰਟੇਸ਼ਨ ਤੇ ਇੰਨੀਆਂ ਗੱਲਾਂ ਕਰਦੇ ਸਨ, ਆ ਤੁਸੀਂ ਦੱਸਿਆ ਹੀ ਆ, ਫੋਟੋ ਸੈਸ਼ਨ ਕਰਵਾਉਂਦੇ ਸਨ, ਹੁਣ ਉਲਟਾ ਦੋਸ਼ ਉਹ ਲਾ ਰਿਹਾ, ਪੀੜਤ ਲਾ ਰਿਹਾ ਕਿ ਇਹਨਾਂ ਦੇ ਬੰਦੇ ਜਿਹੜੇ ਆ ਉਹ ਉਹਦੀ ਹੈਲਪ ਕਰ ਰਹੇ ਨੇ। ਤਾਂ ਇਹਨਾਂ ਨੂੰ ਵਿੱਚ ਪੈ ਕੇ ਸਾਰੀ ਗੱਲ ਜਿਹੜੀ ਕਰਨੀ ਚਾਹੀਦੀ ਆ। ਜੀ ਜੀ। ਸੋ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਹੋਣੀ ਜਿਹੜੇ ਇਸ ਸਮੇਂ ਵੀ ਜੇਲ੍ਹ ਦੇ ਵਿੱਚ ਨੇ, ਕਹਿੰਦੇ ਵੀ ਇੱਕ ਚਲਾਨ ਪੇਸ਼ ਹੋਇਆ, ਉਸ ਦੇ ਵਿੱਚ ਇਹ ਜ਼ਿਕਰ ਹੈ ਕਿ ਅੰਮ੍ਰਿਤਪਾਲ ਸਿੰਘ ਨਸ਼ੇ ਕਰਦਾ ਹੈ। ਕਹਿੰਦੇ ਦੱਸਿਆ ਵੀ ਸਾਥੀਆਂ ਨਹੀਂ ਹੈ, ਕਿੰਨੀ ਕੁ ਸੱਚਾਈ ਹੈ ਜੀ ਇਹਦੇ 'ਚ? ਦੇਖੋ ਗੁਰਪ੍ਰੀਤ ਜੀ, ਮੈਂ ਕੋਈ ਕਿਸੇ ਦਾ ਵਕੀਲ ਨਹੀਂ ਆ। ਇਮਾਨ ਸਿੰਘ ਖਾਰਾ ਨੇ ਇਹ ਗੱਲ ਆ ਕੇ ਕਹੀ ਆ ਕਿ ਭਾਈ ਭਗਵੰਤ ਸਿੰਘ ਬਾਜੇਕੇ ਨੇ ਅੰਦਰੋਂ ਟੈਲੀਫੋਨ ਕਰਕੇ ਕਿਹਾ ਕਿ ਅਸੀਂ ਇਹ ਬਿਆਨ ਨਹੀਂ ਦਿੱਤੇ ਜਿਹੜੇ ਕਿ ਦਰਜ ਹੈ। ਹੁਣ ਦੇਖੋ, ਮੈਂ ਤਾਂ ਡਿਸਕਲੇਮਰ ਦਿੱਤਾ ਕਿ ਡਿਫੈਂਸ ਉਹਨਾਂ ਦਾ ਬਣਦਾ ਹੈ ਜਿਨ੍ਹਾਂ ਤੇ ਐਲੀਗੇਸ਼ਨ ਲੱਗਿਆ, ਤਾਂ ਉਹਨਾਂ ਨੇ ਆਪਣਾ ਡਿਫੈਂਸ ਪੇਸ਼ ਕੀਤਾ। ਅਸੀਂ ਆਪਣਾ ਐਨਾਲਿਸਿਸ, ਆਪਣਾ ਓਪੀਨੀਅਨ ਦੇ ਸਕਦੇ ਹਾਂ। ਮੈਂ ਉਹ ਤੁਹਾਨੂੰ ਟੈਕਨੀਕਲੀ ਸਮਝਾ ਦਿੰਦਾ ਤਾਂ ਕਿ ਤੁਹਾਡੀ ਇੱਕ ਨਿਊਟਰਲ ਸੋਚ ਕਿਸੇ ਵੀ ਥਾਂ ਤੇ ਜਾ ਕੇ ਨਾ ਬਣੀ ਰਹੇ। ਦੇਖੋ, ਪੁਲਿਸ ਹਿਰਾਸਤ ਦੇ ਵਿੱਚ 36 ਪ੍ਰਕਾਰ ਦੇ ਬਿਆਨ ਜਿਹੜੇ ਦਰਜ ਕੀਤੇ ਜਾਂਦੇ ਆ, 36 ਪ੍ਰਕਾਰ ਦੇ। ਚਲਾਨ ਉਹਨਾਂ ਸਟੇਟਮੈਂਟਾਂ ਦੇ ਆਧਾਰ ਤੇ ਹੁੰਦਾ ਹੈ ਨਾ, ਸਮਝ ਗਏ ਤੁਸੀਂ? ਮੰਨ ਲਓ ਲੈਟਸ ਸਪੋਜ਼ ਇੱਥੇ ਅਮਰਤਪਾਲ ਸਿੰਘ ਨੂੰ ਥੋੜਾ ਸਾਈਡ ਤੇ ਕਰ ਦਿੰਦੇ ਆ। ਫਰਜ਼ ਕਰੋ ਮੈਂ ਫਸ ਗਿਆ ਕਿਸੇ ਮਾਮਲੇ ਦੇ ਵਿੱਚ, ਤਾਂ ਉਹਨਾਂ ਨੇ ਲਿਖ ਦਿੱਤਾ, ਕੇਸ ਬਣਾਇਆ, FIR ਤੋਂ ਬਾਅਦ ਜੋ ਚਲਾਨ ਕਰਨਾ ਸੀ ਉਹ ਸਟੇਟਮੈਂਟਾਂ ਦਰਜ ਕੀਤੀਆਂ, ਮੇਰਾ ਬਿਆਨ ਉੱਥੇ ਲਿਆ ਕਿ ਪੁਲਿਸ ਹਿਰਾਸਤ ਦੇ ਵਿੱਚ ਇਹ ਬੰਦਾ ਬੰਨਿਆ, ਅਸੀਂ ਇਹਨੂੰ ਫੜਿਆ ਸੀਗਾ ਇੱਕ ਲੜਾਈ ਦੇ ਕੇਸ ਦੇ ਵਿੱਚ, ਇਹ ਸਾਡੇ ਕੋਲ ਮੰਨ ਗਿਆ ਕਿ 6 ਲੁੱਟਾਂ ਵੀ ਮੈਂ ਕੀਤੀਆਂ। ਹੁਣ ਮੈਨੂੰ ਉਹਨਾਂ ਨੇ ਕੁੱਟਿਆ ਤੇ ਮੈਂ ਕਿਹਾ ਯਾਰ ਜੋ ਕੁਝ ਪਾਉਣਾ ਤੁਸੀਂ ਪਾ ਦਿਓ, ਕੋਈ ਗੱਲ ਨਹੀਂ, 6 ਮੁਕੱਦਮੇ ਉਹਨਾਂ ਨੇ ਉਹ ਵੀ ਪਾ ਦਿੱਤੇ। ਜੀ ਜੀ। ਪਰ ਹੁਣ ਉੱਥੇ ਤਾਂ ਮੈਂ ਠੀਕ ਹੈ, ਮਜਬੂਰ ਹਾਂ ਠਾਣੇ, ਮੇਰੇ ਦਸਤਖਤ ਕਰਵਾ ਲਏ ਤੁਸੀਂ ਜੀ, ਪਰ ਮੈਂ ਕੋਰਟ ਦੇ ਵਿੱਚ ਜਾ ਕੇ ਜੱਜ ਨੂੰ ਕਿਹਾ ਕਿ ਨਹੀਂ ਸਰ, ਮੈਂ ਕੁਝ ਨਹੀਂ ਕੀਤਾ, ਮੈਂ ਤਾਂ ਲੜਾਈ ਵੀ ਨਹੀਂ ਕੀਤੀ, ਮੈਂ ਤਾਂ ਲੜਾਈ ਤੋਂ ਵੀ ਮੁੱਕਰ ਗਿਆ। ਸੋ ਤਕਨੀਕੀ ਤੌਰ ਤੇ ਇਹ ਚੀਜ਼ ਹੁੰਦੀ ਆ ਕਿ ਇਦਾਂ ਤਾਂ ਹੁਣ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਮੰਨੋਗੇ, ਠੀਕ ਹੈ ਨਾ ਜੀ, ਫਿਰ ਤਾਂ ਥਾਣੇ 'ਚ ਬੈਠਾ ਬੰਦਾ ਤਾਂ ਬਹੁਤ ਕੁਝ ਮੰਨ ਜਾਂਦਾ। ਜੀ ਜੀ। ਪੁਲਿਸ ਹਿਰਾਸਤ ਦੇ ਬਿਆਨ ਦੀ ਜਿਹੜੀ ਵੈਲਿਊ ਆ ਉਹ ਜ਼ੀਰੋ ਹੁੰਦੀ ਆ ਕੋਰਟ ਦੇ ਵਿੱਚ। ਉੱਥੇ ਨਵੇਂ ਸਿਰੇ ਤੋਂ ਸਟੇਟਮੈਂਟ ਜਿਹੜੀ ਆ, ਜਾਂ ਤਾਂ ਬੰਦਾ ਜਿਹੜੇ ਬੰਦੇ ਨੇ ਪੁਲਿਸ ਹਿਰਾਸਤ ਦੇ ਵਿੱਚ ਬਿਆਨ ਦਿੱਤਾ ਉਹੀ ਬਿਆਨ ਜਾ ਕੇ ਜੱਜ ਦੇ ਸਾਹਮਣੇ ਦੇਵੇ। ਜੀ ਜੀ। ਜੇ ਤਾਂ ਅਈਓ ਬਿਆਨ ਭਗਵੰਤ ਸਿੰਘ ਬਾਜੇਕੇ ਪ੍ਰਧਾਨ ਮੰਤਰੀ ਆ ਜਿਹੜੇ, ਉਹ ਉੱਥੇ ਦੇ ਦੇਣ, ਜਾਂ ਹੋਰ ਫੌਜੀ ਆ ਜਿਹੜਾ ਉਹ ਦੇ ਦੇਵੇ, ਠੀਕ ਆ, ਫਿਰ ਤੇ ਆਪਾਂ ਮੰਨ ਗਏ ਕਿ ਉਹਨਾਂ ਨੇ ਬਿਆਨਬਾਜ਼ੀ ਕੀਤੀ। ਪਰ ਪੁਲਿਸ ਦੇ ਚਲਾਨ ਦੇ ਵਿੱਚ ਦਰਜ ਸਟੇਟਮੈਂਟਾਂ ਦੀ ਜੇ ਤੁਸੀਂ ਵੈਲਿਊ ਪਾਓਗੇ ਨਾ, ਮੈਂ ਅਮਰਤਪਾਲ ਸਿੰਘ ਦੇ ਆਲੋਚਕਾਂ ਨੂੰ ਵੀ ਕਹੂੰਗਾ, ਮੈਂ ਕੋਈ ਸਮਰਥਕ ਨਹੀਂ ਕਿਸੇ ਦਾ, ਮੈਂ ਵਾਰ-ਵਾਰ ਨਾ ਕਹਿਣਾ ਪਵੇ, ਮੈਂ ਕਹਿ ਰਿਹਾ, ਬਟ ਫਿਰ ਉਹਨਾਂ ਨੂੰ ਇਹ ਪੈਮਾਨਾ ਦੂਜਿਆਂ ਤੇ ਵੀ ਲਾਗੂ ਕਰਨਾ ਪਊਗਾ। ਠੀਕ ਹੈ ਨਾ ਜੀ? ਫਿਰ ਹਰੇਕ ਪੁਲਿਸ ਕਸਟਡੀ ਦੇ ਵਿੱਚ ਜਿਹੜਾ ਬਿਆਨ ਦਰਜ ਕੀਤਾ ਜਾਏਗਾ ਤੁਹਾਨੂੰ ਉਹ ਮੰਨਣ ਯੋਗ ਹੋਏਗਾ ਫਿਰ ਜੀ। ਸੋ ਇਸ ਵਾਸਤੇ ਉਹ ਤੁਹਾਡੇ ਤੇ ਵੀ ਪੈ ਸਕਦਾ, ਤੁਹਾਡੇ ਕਿਸੇ ਰਿਸ਼ਤੇਦਾਰ ਤੇ ਵੀ ਪੈ ਸਕਦਾ ਹੈ। ਇਸ ਕਰਕੇ ਤਕਨੀਕੀ ਤੌਰ ਤੇ ਇਹਨਾਂ ਚੀਜ਼ਾਂ ਦੀ ਬਹੁਤੀ ਅਹਿਮੀਅਤ ਨਹੀਂ ਹੁੰਦੀ। ਇਹ ਪੁਲਿਸ ਕਸਟਡੀ ਵਾਲੇ ਬਿਆਨ ਆ ਜਿਹੜੇ ਨਾਲ ਲੱਗੇ ਆ ਚਲਾਨ ਦੇ ਵਿੱਚ, ਠੀਕ ਹੈ ਨਾ ਜੀ? ਤਾਂ ਇਹ
ਜੇ ਹੁਣ ਦੇਖੀਏ ਤਾਂ ਖੰਡਨ ਵੀ ਆ ਗਿਆ ਇਮਾਨ ਸਿੰਘ ਖਾਰਾ ਦੇ ਜ਼ਰੀਏ ਕਿ ਉਹਨਾਂ ਨੇ ਕਿਹਾ ਕਿ ਅਸੀਂ ਇਹੋ ਜਿਹੇ ਬਿਆਨ ਜਿਹੜੇ ਨਹੀਂ ਦਿੱਤੇ। ਬਾਕੀ ਕੀ ਕੋਈ ਅੰਦਰ ਦੀ ਦੁਨੀਆ ਦਾ ਤਾਂ ਤੁਹਾਨੂੰ ਪਤਾ ਹੀ, ਮੈਂ ਅੱਗੇ ਦੱਸਿਆ ਕਿ ਉਹਦਾ ਤਾਂ ਇੱਕ ਪਰਦਾ ਹੁੰਦਾ ਹੈ ਜੀ, ਕੌਣ ਕੀ ਕਰ ਰਿਹਾ, ਕੌਣ ਕੀ ਨਹੀਂ ਕਰ ਰਿਹਾ। ਹਾਂ ਠੀਕ ਹੈ, ਅਮਰਤਪਾਲ ਸਿੰਘ ਦਾ ਭਰਾ ਸੀ ਜਿਹੜਾ ਬਾਹਰ, ਉਸ ਮਾਮਲੇ ਦੇ ਵਿੱਚ ਇਹਨਾਂ ਦੇ ਘਰਦਿਆਂ ਦੀ ਕਸੂਤੀ ਹੋ ਗਈ ਪੋਜੀਸ਼ਨ, ਆਪਾਂ ਨੂੰ ਪਤਾ ਹੈ ਸਾਰਾ ਕੁਝ। ਉਹ ਜੀ ਜੀ ਮਾਮਲਾ ਜਿਹੜਾ ਸੀਗਾ ਉਹਨੇ ਬਹੁਤ ਕਸੂਤੀ ਪੋਜੀਸ਼ਨ ਕੀਤੀ ਹੈ, ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ। ਉਹਦੇ ਚ ਜੀ ਪ੍ਰੈਸ ਕਾਨਫਰੰਸਾਂ ਤੱਕ ਹੋਈਆਂ, ਆਡੀਓ ਵੀਡੀਓ ਬਹੁਤ ਕੁਛ ਹੈ ਉਹਦੇ ਚ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪਰ ਜਿਹੜੀ ਅੰਦਰ ਦੀ ਦੁਨੀਆ ਉਹਦੀ ਇੱਕ ਵੱਖਰੀ ਗੋਪਨੀਯਤਾ, ਇੱਕ ਸ਼ਬਦ ਇਸਤੇਮਾਲ ਕਰਦੇ ਹਿੰਦੀ ਦੇ ਵਿੱਚ, ਉਹਦੀ ਇੱਕ ਜੀ ਅੱਡ ਕਹਿ ਲਓ ਕਿ ਦੁਨੀਆ, ਉਹਦੇ ਚ ਨਾ ਆਪਾਂ ਝਾਕ ਸਕਦੇ, ਨਾ ਉਹ ਅੰਦਰਲਾ ਬਾਹਰ ਝਾਕ ਸਕਦਾ, ਉਹ ਬਹੁਤ ਦੂਰ ਦਾ ਪਰਦਾ ਹੁੰਦਾ ਹੈ ਉਹਦੀ ਦੁਨੀਆ ਦੀ। ਤੇ ਆਪਾਂ ਕੋਈ ਕਿਆਸਰਾਈ ਨਾ ਹੀ ਕਰੀਏ ਤੇ ਬਿਹਤਰ। ਪਰ ਜਿਹੜੀ ਗੱਲ ਤੁਸੀਂ ਕਹੀ ਪੁੱਛੀ ਆ, ਉਹ ਮੈਂ ਤੁਹਾਨੂੰ ਤਕਨੀਕੀ ਆਧਾਰ ਤੇ ਦੱਸ ਦਿੱਤੀ ਆ ਕਿ ਇਹ ਚੀਜ਼ ਤਕਨੀਕੀ ਆਧਾਰ ਤੇ ਇੱਥੇ ਕਿ ਜੇ ਖੜਦੀ ਆ। ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਜਿਹੜਾ ਵਿਧਾਇਕ ਹੁੰਦਾ ਹੈ, ਪਬਲਿਕ ਫਿਗਰ ਹੁੰਦਾ ਹੈ, ਉਹਦੇ ਵੱਲ ਲੋਕ ਦੇਖਦੇ ਨੇ, ਤਾਂ ਹੀ ਤਾਂ ਕਹਿੰਦੇ ਨੇ ਕਿ ਸੱਚੇ ਸੁੱਚੇ ਹੋਣੇ ਚਾਹੀਦੇ ਨੇ ਤਾਂ ਕਿ ਲੋਕ ਤੁਹਾਡੇ ਤੋਂ ਚੰਗੀ ਸੇਧ ਹੀ ਲੈ ਸਕਣ। ਪਰ ਜਦੋਂ ਵਿਧਾਇਕ ਆਪ ਹੀ ਕਹੂਗਾ, ਆਪ ਹੀ ਇਹੋ ਜਿਹੀ ਮਾਨਸਿਕਤਾ ਦਾ ਸ਼ਿਕਾਰ ਹੋਊਗਾ ਵੀ ਉਹ ਕਹੇ ਵੀ ਜੇਕਰ ਕੋਈ ਨਸ਼ਾ ਤਸਕਰ ਹੈ, ਨਸ਼ਾ ਵੇਚਦਾ ਹੈ ਤਾਂ ਫੜ ਕੇ ਵਜਾ ਦਿਓ, ਕੁੱਟ ਦਿਓ, ਤਾਂ ਫਿਰ ਆਮ ਸਧਾਰਨ ਲੋਕ ਕੀ ਕਰਨਗੇ? ਫਿਰ ਤਾਂ ਉਹੀ ਜੋਗੀ ਰਾਜ ਵਾਲੀ ਗੱਲ ਹੀ ਹੈ ਨਾ, ਵੀ ਕਿਸੇ ਨੇ ਕਿਸੇ ਨੂੰ ਮਾਰ ਦਿੱਤਾ, ਕਿੱਥੇ ਕੌਣ ਪੁੱਛਦਾ ਹੈ। ਤੇ ਬੇਸ਼ੱਕ ਜੋਗੀ ਹੁਣੀ ਆਪ ਹੀ ਗੱਡੀਆਂ ਉਲਟਾ ਕੇ ਕਿਸੇ ਦਾ ਐਨਕਾਊਂਟਰ ਬਣਾ ਦੇਣ, ਲਓ ਵੀ ਭੱਜਣ ਲੱਗੇ ਸੀ। ਗੱਲ ਤਾਂ ਇੱਕੋ ਪੱਧਰ ਤੇ ਆ ਗਈ। ਫਿਰ ਸਰਕਾਰ ਦੇ ਵਿੱਚ ਲੋਕਾਂ ਦੇ ਵਿੱਚ ਫਰਕ ਰਹਿ ਕਿੱਥੇ ਗਿਆ? ਪਰ ਵਿਧਾਇਕ ਗੋਲਡੀ ਸਾਹਿਬ ਇਹੀ ਕੁਝ ਕਰ ਰਹੇ ਨੇ ਜਾਪਦਾ। ਉਹ ਤਾਂ ਕਹੀ ਜਾਂਦੇ ਨੇ ਸਿੱਧਾ ਹੀ ਲੋਕਾਂ ਨੂੰ ਵੀ ਤਸਕਰਾਂ ਨੂੰ ਕੁੱਟੋ। ਦੇਖੋ ਗੋਲਡੀ ਹੋਰਾਂ ਦੀ ਰਾਜਨੀਤੀ ਹੁਣ ਫਿਰ ਮੈਂ ਇਹਨਾਂ ਨੂੰ ਨਾ ਕੌੜਾ ਲੱਗਦਾ, ਮੈਂ ਇਸ ਏਰੀਏ ਦਾ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ, ਮੈਂ ਕੋਈ ਇਹਨਾਂ ਤੋਂ ਜੈਲਸ ਨਹੀਂ ਕਰਦਾ। ਇਹਨਾਂ ਨੂੰ ਤਿੰਨਾਂ ਚਾਰਾਂ ਨੂੰ ਲੱਗਦਾ ਕਿ ਮੈਂ ਸ਼ਾਇਦ ਇਹਨਾਂ ਤੋਂ ਜੈਲਸ ਕਰਦਾ। ਇਹ ਆਪਣੇ ਖੇਤਰ ਦੇ ਵਿੱਚ ਮਹਾਰਥੀ ਹੋ ਸਕਦੇ ਤੇ ਅਸੀਂ ਜਿੱਥੇ ਪ੍ਰਮਾਤਮਾ ਨੇ ਸਾਨੂੰ ਲਿਆਂਦਾ ਅਸੀਂ ਉੱਥੇ ਖੁਸ਼ ਹਾਂ ਜੀ ਠੀਕ ਹੈ ਨਾ। ਗੱਲ ਇਹ ਆ ਕਿ ਇਹ ਹੁਣ ਮੈਂ ਭਰੇ ਮਨ ਨਾਲ ਹੀ ਕਹਿ ਲਓ, ਭਾਰੀ ਮਨ ਜੇ ਨਾਲ ਕਹਿ ਦਿੰਦਾ ਕਿ ਕਈ ਵਾਰ ਕੀ ਹੁੰਦਾ ਨਾ ਕਿ ਵੇਵ ਹੁੰਦੀਆਂ ਨੇ ਜਿਹੜੀਆਂ ਮਤਲਬ ਕਿ ਲਹਿਰਾਂ ਹੁੰਦੀਆਂ ਨੇ, ਉਹਦੇ ਉੱਤੇ ਕਈ ਵਾਰ ਮਤਲਬ ਕਿ ਚੜ ਕੇ ਕੋਈ ਚੀਜ਼ ਨਾ ਕਿਨਾਰੇ ਲੱਗ ਜਾਂਦੀ ਆ। ਲਹਿਰਾਂ ਜਿਹੜੀਆਂ ਹੁੰਦੀਆਂ ਨੇ ਇਹ ਬਸ ਇੱਕ ਲਹਿਰ ਤੇ ਕਈ ਕਹਿ ਲਓ ਕਿ ਪੱਤੇ ਵੀ ਤਰ ਕੇ ਪਾਰ ਲੰਘੇ। ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਸਮਝ ਨਹੀਂ ਸਕਦੇ। ਇਹ ਸਾਡੇ ਏਰੀਏ 'ਚ ਹੀ ਪਤਾ, ਸਭ ਨੂੰ ਪਤਾ ਕਿ ਕੌਣ ਕਿੰਨਾ ਕੁ ਦਮ ਰੱਖਦਾ ਤੇ ਕਿਵੇਂ ਕਾਂਗਰਸ ਚੋਂ ਨਿਕਲ ਕੇ, ਧਰਨਿਆਂ ਚੋਂ, ਮਾੜੇ ਮੋਟਿਆਂ ਚੋਂ ਨਿਕਲ ਕੇ ਠੀਕ ਹੈ ਟਿਕਟ ਮਿਲੀ, ਤੁਸੀਂ ਐਮਐਲਏ ਬਣ ਗਏ। ਪਰ ਜਿਹੜੀ ਇੱਕ ਸਿਆਸੀ ਸੂਝ ਚਾਹੀਦੀ ਹੈ ਨਾ, ਜਦੋਂ ਇੱਕ ਵਿਧਾਇਕ ਇਹ ਗੱਲ ਕਹੇ ਕਿ ਤੁਸੀਂ ਫੜ ਕੇ ਨਸ਼ਾ ਤਸਕਰਾਂ ਨੂੰ ਕੁੱਟੋ, ਪਹਿਲੀ ਗੱਲ ਤੇ ਇਹ ਆ ਕਿ ਸੰਵਿਧਾਨ ਨੂੰ ਨਹੀਂ ਮੰਨਦਾ। ਜੀ ਜੀ ਜਿਹੜਾ ਸੰਵਿਧਾਨ ਦੇ ਤਹਿਤ ਨੁਮਾਇੰਦਾ ਬਣੇ ਉਹ ਸੰਵਿਧਾਨ ਹੋਵੇ, ਕਿਉਂਕਿ ਸੰਵਿਧਾਨ ਅਜਿਹਾ ਤੁਹਾਨੂੰ ਕਰਨ ਦਾ ਕਿਤੇ ਹੱਕ ਨਹੀਂ ਦਿੰਦਾ ਜੀ। ਕਾਨੂੰਨ ਕਿਤੇ ਵੀ ਅਜਿਹਾ ਕਰਨ ਦਾ ਹੱਕ ਨਹੀਂ ਦਿੰਦਾ। ਇਹਦਾ ਮਤਲਬ ਇਹ ਕਿ ਤੁਸੀਂ ਅਰਾਜਕਤਾਵਾਦੀ ਸੋਚ ਰੱਖਦੇ ਔਰ ਐਸੀ ਸੋਚ ਵਾਲੇ ਫੇਸਬੁੱਕ ਤੇ ਤਾਂ ਪਹਿਲਾਂ ਤੁਰੇ ਫਿਰਦੇ, ਉਹ ਕਹਿੰਦੇ ਕਾਟ-ਵਾਟ ਕਰਦੇ। ਹੁਣ ਤੀਜੀ ਗੱਲ ਕਿ ਤੇਰੇ ਆਖੇ ਤੁਸੀਂ ਤੇ ਕਮੇਟੀਆਂ ਵੀ ਬਣਵਾਤੀਆਂ ਸਨ ਨਸ਼ਾ ਰੋਕੂ, ਪਰ ਬਾਅਦ ਚ ਕਤਲਾਂ ਤੱਕ ਗੱਲ ਗਈ ਤੇ ਤੁਸੀਂ ਲੱਤ ਨਾ ਲਾਈ ਕਿਸੇ ਨੇ। ਕਿੰਨੀਆਂ ਲੜਾਈਆਂ ਹੋਈਆਂ ਗੁਰਪ੍ਰੀਤ ਜੀ, ਸਧਾਣੇ ਪਿੰਡ ਚ ਕਤਲ ਵੀ ਹੋ ਗਿਆ ਸੀ ਇੱਕ, ਯਾਦ ਹੋਣਾ ਤਾਂ। ਜੀ ਜੀ ਅੱਛਾ, ਫਿਰ ਜੇ ਏਡਾ ਹੀ ਕੰਮ ਮਸਾਲੀ ਕਰਨ ਦਾ ਤੁਹਾਨੂੰ ਸ਼ੌਂਕ ਚੜਿਆ, ਲੋਕਾਂ ਨੂੰ ਕਿਉਂ ਮਰਵਾਉਂਦੇ ਜੇ? ਕਿਉਂਕਿ ਸਰ ਨਸ਼ਾ ਵੇਚਣ ਵਾਲਾ ਆਤਮਘਾਤੀ ਹੁੰਦਾ, ਉਹਨੇ ਗੱਲ ਨੂੰ ਆਉਣਾ ਹੀ ਆਉਣਾ। ਠੀਕ ਹੈ ਜੀ, ਜਿਹੜਾ ਫੜਾਊਗਾ ਉਹਨਾਂ ਨੇ ਗਾਲਾਂ ਕੱਢਣੀਆਂ, ਉਹਦੇ ਗਾਲ ਪੈਣਾ। ਇਹ ਕਾਰਜ ਤੁਸੀਂ ਕਿਉਂ ਨਹੀਂ ਕਰਦੇ? ਗੋਲਡੀ ਕੰਬੋਜ ਕਿਸੇ, ਹੁਣ ਚਲੋ ਥੋੜਾ ਦੂਰ ਚਲੇ ਹੀ ਜਾਣਾ, ਗੋਲਡੀ ਕੰਬੋਜ ਕੋਲ ਸਾਰੇ ਤਜਰਬੇ ਹੈਗੇ ਆ ਜੀ, ਸਾਰਾ ਕੁਝ ਵੇਖਿਆ, ਘਾਟ ਦਾ ਪਾਣੀ ਪੀਤਾ। ਤੇ ਗੋਲਡੀ ਕੰਬੋਜ ਨੂੰ ਬੇਨਤੀ ਆ, ਮੈਂ ਤਾਂ ਕਿ ਲਿਖਿਆ ਵੀ ਆ ਕਿ ਤੂੰ ਆਪਦੇ ਨਾਲ 8-10 ਗੱਡੀਆਂ 'ਚ ਗੁੰਡੇ ਭਰ ਲਾ। ਤੈਨੂੰ ਜਦੋਂ ਤੂੰ ਕਹਿੰਦਾ ਕਿ ਕੁੱਟ ਦਿਓ, ਮੈਂ ਬੈਠਾ, ਕੁਝ ਨਹੀਂ ਹੋਣ ਦਿੰਦਾ, ਫਿਰ ਤੈਨੂੰ ਤਾਂ ਹੋਣਾ ਹੀ ਕੀ ਆ? ਤੂੰ ਆਪਦੇ ਨਾਲ 8-10 ਗੱਡੀਆਂ 'ਚ ਬਾਉਂਸਰ ਭਰ ਲਾ, ਉਹਨਾਂ ਨੂੰ ਫੜਾ ਡਾਂਗਾ ਤੇ ਲੋਕਾਂ ਨੂੰ ਪੁੱਛੀ ਚੱਲ ਵੀ ਕਿਹੜੀ ਕਿਹੜੀ ਬਸਤੀ 'ਚ ਵੇਚਦੇ ਆ, ਢਾ ਕੇ ਵੀਡੀਓ ਪਾ। ਜਦੋਂ ਜਲਾਲਾਬਾਦ 'ਚ ਵੀਡੀਓ ਪੈਣਗੇ ਉਹ ਫਾਜ਼ਿਲਕਾ 'ਚ ਆਉਣਗੀਆਂ।
ਫਾਜ਼ਿਲਕਾ ਜੀ ਤੋਂ ਮਲੋਟ ਆਉਣਗੀਆਂ, ਜੀ ਮਲੋਟ ਜੀ। ਤੋਂ ਅਬੋਹਰ ਜਾਣਗੀਆਂ, ਏਦਾਂ ਬਸ ਸਾਰੇ ਇਲਾਕਿਆਂ 'ਚ ਲਹਿਰ ਬਣ ਜੂਗੀ। ਜੀ ਜੀ ਦੂਜਿਆਂ ਨੂੰ ਕਿਉਂ? ਅੱਛਾ, ਗੱਲ ਜਿਹੜੀ ਕਰਨ ਵਾਲੀ ਹੁੰਦੀ ਹੈ ਨਾ, ਬਸ ਉਹੀ ਗੱਲ ਆ ਕਿ ਤੁਸੀਂ ਸਲਾਹ ਦੇਣੀ ਆਪਦੀ ਸਰਕਾਰ ਨੂੰ ਤੇ ਇਹ ਦਿਓ ਕਿ ਡੀਜੀਪੀ ਮੈਰਿਟ ਤੇ ਲਾਓ, ਜੀ। ਡੀਜੀਪੀ ਸਿਆਸੀ ਦਖਲਅੰਦਾਜ਼ੀ ਤੋਂ ਆਜ਼ਾਦ ਕਰੋ, ਐਸਐਸਪੀ ਤੋਂ ਲੈ ਕੇ ਮੁਨਸ਼ੀ ਤੱਕ ਮੈਰਿਟ ਤੇ ਲੱਗੇ ਹੋਣ, ਕਾਲੀਆਂ ਭੇਡਾਂ ਬਾਹਰ ਕਰੋ, ਆਈਓਸ ਜਿਹੜੇ ਨੇ ਐਨਡੀ ਕੇਸਾਂ ਦੇ ਉਹਨਾਂ ਦੀ ਗਿਣਤੀ ਵਧਾਓ, ਸਪੈਸ਼ਲ ਅਦਾਲਤਾਂ ਬਣਾਓ, ਜੀ ਵਾਰ-ਵਾਰ ਜਿਹੜੇ ਛੋਟੀ ਕੁਆਂਟੀਟੀ ਨਾਲ ਰਿਕਵਰੀ 'ਚ ਫੜੇ ਜਾਂਦੇ ਨੇ ਇਹਨਾਂ ਤਸਕਰਾਂ ਤੇ ਸਖਤੀ ਕਰੋ, ਜੱਜਾਂ ਨੂੰ ਕਹੋ ਕਿ ਇਹਨਾਂ ਦੀ ਜ਼ਮਾਨਤ ਬੰਦ ਕਰੋ, ਜਾਂ ਕੋਈ ਕਾਨੂੰਨ ਲਿਆਓ ਕਿ ਇੱਕ ਵਾਰ ਜੀ ਤੋਂ ਵੱਧ ਕੋਈ ਛੋਟੀ ਕੁਆਂਟੀਟੀ 'ਚ ਫੜਿਆ ਜਾਂਦਾ ਉਹਦੀ ਜ਼ਮਾਨਤ ਨਹੀਂ ਹੋਏਗੀ ਮੁੜ ਕੇ। ਜੀ ਜੀ ਚਲਾਨ ਟੂ ਕੋਟ ਕਰਨਾ ਸੌਖਾ ਕਰੋ, ਪੁਲਿਸ ਨਫਰੀ 'ਚ ਹੋਰ ਵਾਧਾ ਕਰੋ, ਇਨਵੈਸਟੀਗੇਸ਼ਨ ਹੋਰ ਤਿੱਖੀ ਕਰੋ, ਸਜ਼ਾ ਦਰ ਹੋਰ ਜੀ ਵੱਧ ਕਰੋ ਇਹਨਾਂ ਕੇਸਾਂ 'ਚ। ਜੀ ਸਰੋਂ ਜੀ ਸਲਾਹ ਦੇਣ ਦੀ ਤੇ ਆਪਣੀ ਹਿੰਮਤ ਹੀ ਨਹੀਂ ਹੈਗੀ, ਉਹ ਤੇ ਆਪਣੀ ਨਾ ਹੀ ਇੰਨੀ ਸੁਝਾ ਆ, ਚੁੱਕ ਦਿਓ। ਆਹ ਕੰਮ ਸੌਖਾ ਹੁੰਦਾ ਸਰ, ਇਹ ਲੋਕਾਂ ਨੂੰ ਵੀ ਜੀ ਸੌਖਾ ਲੱਗਦਾ। ਮੈਂ ਉਹ ਪੋਸਟ ਪਾਈ ਹੈ, ਤੁਸੀਂ ਉਸ ਪੋਸਟ ਦੇ ਥੱਲੇ ਜਾ ਕੇ ਦੇਖੋ ਕਿ ਮੈਂ ਤਾਂ ਦੇਖਦਾ ਨਹੀਂ ਹੁੰਦਾ, ਠੀਕ ਹੈ ਨਾ ਜੀ, ਜੀ ਮੈਨੂੰ ਇੰਨਾ ਉਹ ਨਹੀਂ ਹੈਗਾ ਕੌਣ ਕੀ ਕਰ ਰਿਹਾ। ਮੈਂ ਉਦੋਂ ਤੱਕ ਕਿਸੇ ਨੂੰ ਬਲੌਕ ਵੀ ਨਹੀਂ ਕਰਦਾ ਜਦੋਂ ਤੱਕ ਕੋਈ ਹੱਦੋਂ ਨਹੀਂ ਜਾਂਦਾ। ਤੁਸੀਂ ਦੇਖਣਾ ਉੱਤੇ ਹਰੇਕ ਕੋਈ ਜ਼ਿਆਦਾ ਨਹੀਂ ਤਾਂ ਚੌਥਾ ਪੰਜਵਾਂ ਕਮੈਂਟ ਉਹਦੇ ਹੱਕ 'ਚ ਆ ਜਾਏਗਾ ਵੀ ਚੱਕ ਦਿਓ, ਇਹ ਕਿਹੜਾ ਮਾੜਾ। ਪਰ ਗੱਲ ਇਹ ਜੀ ਕਿ ਕੁੱਟਮਾਰ ਕਰਕੇ ਤੁਸੀਂ ਕਿੱਥੇ ਜਾਓਗੇ ਮੁੜ ਕੇ? ਤੁਸੀਂ ਬੰਦਾ ਮਾਰ ਦਿਓ, ਕਿਸੇ ਦੀ ਲੱਤ ਤੋੜ ਦਿਓ, ਕਿ ਗੋਲਡੀ ਕੰਬੋਜ ਤੁਹਾਨੂੰ ਬਚਾ ਲਓ? ਨਹੀਂ ਸਰ, ਨਹੀਂ। ਇਹਨਾਂ ਬਿਆਨਾਂ ਦੀ ਜੇ ਤੁਸੀਂ ਉੱਥੇ ਰੀਲ ਲਾ ਦਿਓਗੇ ਨਾ ਜਾ ਕੇ ਜੱਜ ਦੇ ਸਾਹਮਣੇ ਕਿ ਲਓ ਜੀ ਵਿਧਾਇਕ ਨੇ ਕਿਹਾ ਸੀ, ਤੇ ਉਹਨਾਂ ਨੇ ਸਗੋਂ ਮਹੀਨਾ ਕੈਦ ਤੁਹਾਨੂੰ ਵੱਧ ਸੁਣਾ ਦੇਣੀ ਆ। ਇਹਨਾਂ ਦੇ ਬਿਆਨਾਂ ਤੇ ਯਕੀਨ ਕਰਦੇ ਜੇ। ਮੈਂ ਮਿਸਾਲ ਦੇ ਦਿੰਦਾ ਤੁਹਾਨੂੰ, ਜੀ ਇੱਕ ਸੱਜਣ ਪਟੀਸ਼ਨ ਲੈ ਗਿਆ ਕੋਰਟ ਦੇ ਵਿੱਚ ਜੀ ਤੇ ਜੀ ਆਖੇ ਜੀ ਅਮਰਿੰਦਰ ਸਿੰਘ ਨੇ ਇੱਕ ਟਵੀਟ ਕੀਤਾ ਸੀਗਾ ਕਿ ਅਸੀਂ ਅਫਲਾਣੀ ਭਰਤੀ ਕੱਢਾਂਗੇ। ਜੱਜ ਨੇ ਆਖਿਆ ਟਾਈਮ ਵੇਸਟ ਨਾ ਕਰਦੇ, ਫੌਰੀ ਭੱਜਾ। ਇਹਨਾਂ ਦੇ ਜੀ ਬਿਆਨਾਂ ਤੇ ਹੁਣ ਪਟੀਸ਼ਨਾਂ ਪੈਣਗੀ। ਇਹ ਜਦੋਂ ਵੋਟਾਂ ਲੈਣ ਆਉਣਗੇ ਉੱਥੇ ਇਹਨਾਂ ਨਾਲ ਹਿਸਾਬ ਕਰ ਲਓ। ਜੀ ਇਹਨਾਂ ਦਾ ਯਕੀਨ ਕੌਣ ਕਰੇ? ਤੂੰ ਕਹਿਣ ਦਾ ਮਤਲਬ ਇਹ ਕਿ ਐਵੇਂ ਲੋਕਾਂ ਨੂੰ ਬਲਦੀ ਦੇ ਬੂਥੇ ਡਾਉਂਦੇ ਆ, ਤੁਸੀਂ ਆਪਦੇ ਮੁੰਡਿਆਂ ਨੂੰ, ਆਪਦੀਆਂ ਕੁੜੀਆਂ ਨੂੰ, ਆਪਦੇ ਰਿਸ਼ਤੇਦਾਰਾਂ ਨੂੰ ਡਾਂਗਾ ਫੜਾ ਕੇ ਮੈਦਾਨ 'ਚ ਉਤਾਰੋ। ਇਹਨਾਂ ਦੇ ਮੁਕਾਬਲੇ ਜੀ ਜੀ ਲੋਕ ਆਪੇ ਤੁਰ ਪੈਣਗੇ। ਜੀ ਸਹੀ ਰਾਹ ਜਿਹੜੇ ਇਹਨਾਂ ਨੂੰ ਦੇਣੇ ਚਾਹੀਦੇ ਉਹ ਦੇਣੇ ਨਹੀਂ। ਪਾਲਿਸੀ ਬਣਾਉਣ ਦਾ ਕੰਮ ਜਿਹੜਾ ਹੁੰਦਾ ਹੈ MLAs ਦਾ, ਉਹ ਇਹਨਾਂ ਨੇ ਬਣਾਉਣਾ ਨਹੀਂ। ਜਦੋਂ ਵਿਧਾਨ ਸਭਾ ਲੱਗਦੀ ਹੈ ਉੱਥੇ ਇਹਨਾਂ ਦੀ ਇੰਨੀ ਜ਼ਰੂਰਤ ਨਹੀਂ ਕਿ ਖੜ ਕੇ ਟਾਈਮ ਮੰਗ ਲੈਣ ਵੀ ਭਾਈ ਮੇਰੇ ਏਰੀਏ 'ਚ ਨਸ਼ਾ ਹੈ, ਮੈਂ ਉਹ ਨਸ਼ੇ ਨੂੰ ਖਤਮ ਕਰਨ ਦੇ ਲਈ ਕੁਝ ਸੁਝਾਅ ਦੇਣਾ ਚਾਹੁੰਦਾ, ਜਾਂ ਫਿਰ ਮੈਂ ਮੰਗ ਹੀ ਕਰਨਾ ਚਾਹੁੰਦਾ ਵੀ ਮੁੱਖ ਮੰਤਰੀ ਸਾਹਿਬ ਇੱਧਰ ਜਰਾ ਧਿਆਨ ਮਾਰੋ, ਜਿਹੜੇ ਸੰਬੰਧਿਤ ਮੰਤਰੀ ਸਾਹਿਬ ਨੇ ਉਹ ਧਿਆਨ ਮਾਰਨ। ਗੁਰਪ੍ਰੀਤ ਜੀ ਇੱਕ ਚੀਜ਼ ਹੋਰ ਹੈ ਨਾ, ਅੱਜ ਕੱਲ ਜਿਹੜੇ ਇਹ ਪੈਡਲਰ ਨੇ ਇਹ ਆਰਗੇਨਾਈਜ਼ਡ ਨੇ, ਇਹ ਵੈਪਨਾਈਜ਼ਡ ਨੇ, ਇਹਨਾਂ ਦੇ ਕੋਲ ਵੈਪਨ ਨੇ ਜੀ ਸਰ। ਜੀ ਜੀ ਕੋਈ ਸਧਾਰਨ ਬੰਦਾ ਜੇ ਮੁਕਾਬਲਾ ਕਰੇਗਾ ਲਾਠੀ ਡੰਡੇ ਨਾਲ, ਉਹ ਅੱਗੋਂ ਪਿਸਟਲ ਦੇ ਨਾਲ। ਜੇ ਅੱਜ ਕੱਲ ਤੇ ਹੁਣ ਤਾਂ ਤੁਹਾਨੂੰ ਪਤਾ ਸੈਮੀ ਆਟੋ ਵੀ ਆ ਗਏ ਨੇ। ਜੀ 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 ਤਾਂ ਸਰ ਇਹ ਖਤਰਨਾਕ ਦਿਸ਼ਾ ਵੱਲ ਲਿਜਾਣਾ ਚਾਹੁੰਦੇ ਆ ਗੋਲਡੀ ਸਾਹਿਬ। ਇਹਨਾਂ ਨੂੰ ਸੁਧਾਰ ਦੂਜੇ ਕਰਨੇ ਚਾਹੀਦੇ ਆ, ਨਾ ਕਿ ਲੋਕਾਂ ਨੂੰ ਕਿਸੇ ਥਾਂ ਤੇ ਫਸਾਉਣਾ ਚਾਹੀਦਾ। ਜੀ ਜੀ ਪਾਰਲੀਮੈਂਟਰੀ ਜਿਹੜੇ ਕਹਿ ਲਈਏ ਵੀ ਨਿਜ਼ਾਮ ਹੁੰਦੇ ਨੇ ਉਹ ਸਹੀ ਕਰਨ ਦੀ ਲੋੜ ਹੈ, ਪਰ ਇਹ ਜਿਹੜੇ ਨੇ ਇਹ ਹੋਰ ਤਰੀਕੇ ਨਾਲ ਲੱਗੇ ਹੋਏ ਨੇ। ਚਲੋ ਅਗਲੇ ਆਖਰੀ ਸਵਾਲ ਦੇ ਵੱਲ ਮੈਂ ਵਧਦਾ ਤੇਜ਼ੀ ਦੇ ਨਾਲ, ਕਿਉਂਕਿ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ। ਇੱਕ ਵੀਡੀਓ ਬੜੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਉਸ ਤੇ ਹੁਣ ਕਾਰਵਾਈ ਕਰ ਦਿੱਤੀ ਗਈ ਹੈ ਕਹਿੰਦੇ। ਹਾਂਜੀ, ਉਹ ਨੌਜਵਾਨ ਨੇ ਗਲਤ ਕੀਤਾ, ਕੋਈ ਫਗਵਾੜੇ ਸ਼ਹਿਰ ਦੀਵਾਰ ਦਾ ਰੌਲਾ ਸੀ। ਉਹ ਠੀਕ ਹੈ, ਹੋ ਸਕਦਾ ਕੋਈ ਗਾਲੀ ਬੰਦਾ ਦੂਜਿਆਂ ਨੇ ਵੀ ਕੀਤਾ ਹੋਵੇ, ਤਾਂ ਉਸਨੇ ਔਰਤ ਤੇ ਹੱਥ ਚੱਕਿਆ। ਫਿਰ ਉਸ ਤੋਂ ਇਲਾਵਾ ਸ਼ਾਇਦ ਇੱਕ ਦਿਵਿਆਂਗ ਸੀ ਉਹਦਾ ਪਤੀ, ਉਹਦੇ ਵੀ ਮਾਰੀ ਆ। ਕਾਫੀ ਅਗਰੈਸਿਵ ਹੋ ਗਿਆ ਸੀਗਾ, ਤੇ ਬਾਅਦ ਦੇ ਵਿੱਚ ਉਹ ਵੀਡੀਓ ਵਾਇਰਲ ਹੋਈ ਤੇਜ਼ੀ ਨਾਲ। ਲੋਕਾਂ ਨੇ ਕਾਫੀ, ਤੁਹਾਨੂੰ ਪਤਾ ਫਿਰ ਰਿਐਕਟ ਕਰਦੇ ਆ ਲੋਕੀ ਤਿੱਖਾ, ਤੇ ਉਸ ਤੋਂ ਬਾਅਦ ਉਹਦੇ ਤੇ ਪਰਚਾ ਦਰਜ ਹੋ ਗਿਆ ਜੀ। ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ, ਸਤਿ ਸ਼੍ਰੀ ਅਕਾਲ।